ਤਾਂ ਪ੍ਰਭੂ ਮਿਲਾਏ। ਵਿਦਨ ਖੂਹੀ ਮੁੰਦੁ ਇਕੇਲੀ, ਨਾ ਕੋ ਸਾਥੀ ਨਾ ਕੋ ਬੇਲੀ। ਕਰ ਕਿਰਪਾ ਪ੍ਰਭ ਸਾਧ ਸੰਗ ਮੇਲੀ, ਜਾਂ ਫਿਰ ਦੇਖਾਂ ਤੇ ਮੇਰਾ ਅੱਲਾਹ ਬੇਲੀ। वाट हमारी खरी उड़ीनी, खन्यों तिखी बहुत पीनी। उसे ऊपर है मार्ग मेरा, शेख फरीदा पंथ समाहा सवेरा। सो कहो टल गुर सेविया, ऐन सुसहज सुपाय। दर्शन परसया गुरु का, जन्म मरण दुख जाय। दर्शन परसया गुरु का, जन्म मरण दुख जाय। फरीदा दर दर वेसी गाखड़ी, चलां दुनिया भत। बानी उठाई पोटली, किथै वंजा घत। फरीदा दर दर वेसी गाखड़ी, चलां दुनिया भत। बानी उठाई पोटली, किथै वंजा घत। किजू न बुझै किजू न सुझै, दुनिया गुझी पाए। साई मेरा चंगा कीता, नाही तां हम भी दज्झां आए। फरीदा जे जाना तिल थोड़े, संभल बुक भरी। जे जाना सह नंडड़ा, तां थोड़ा मान करी। जे जाना लड़ छिजणा, पीड़ी पाई गंढ। तैं जे वड मैं नाहे को, सब जग डिठा हंड। जे जाना लड़ छिजणा, पीड़ी पाई गंढ। तैं जे वड मैं नाहे को, तैं जे वड मैं नाहे को। सब जग डिठा हंड, सब जग डिठा हंड। सब जग सब जग डिठा हंड। सब जग डिठा हंड। सब जग तैं जे वड मैं नाहे को, तैं जे वड मैं नाहे को। सारे आखो आखो सारे। तैं जे वड मैं नाहे को, तैं जे वड मैं नाहे को। तैं जे वड तैं जे वड मैं नाहे को, तैं जे वड मैं नाहे को। तैं जे वड वाह
ਸਭ ਜਗ ਡਿਠਾ ਹੰਡ, ਸਭ ਜਗ ਡਿਠਾ ਹੰਡ। ਸਭ ਜਗ ਡਿਠਾ ਹੰਡ, ਸਭ ਜਗ ਡਿਠਾ ਹੰਡ, ਸਭ ਜਗ ਡਿਠਾ। ਵਾਹਿਗੁਰੂ ਵਾਹਿਗੁਰੂ। ਸਤਿਗੁਰੂ ਮਿਹਰਬਾਨ, ਤਰਸ ਦੇ ਦਾਤੇ, ਤਰਸ ਕਰਨ ਵਾਲੇ ਸਾਡੇ ਸਭਨਾਂ ਤੇ, ਛਤਰ ਚਬਰ ਤਖਤ ਦੇ ਮਾਲਕ, ਦਸਾਂ ਪਾਤਸ਼ਾਹੀਆਂ ਦੀ ਜੋਤ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ। ਉਹਨਾਂ ਦੇ ਪਾਵਨ ਚਰਨਾਂ ਵਿੱਚ ਜਿਤਨੇ ਵੀ ਗੁਰਸਿੱਖ ਮਾਈ ਭਾਈ ਇਸ ਵੇਲੇ ਆਣ ਜੁੜ ਬੈਠੇ ਹੋ, ਸਭਨਾਂ ਨੂੰ ਜੀ ਆਇਆ, ਜੀ ਆਇਆ। ਸੰਗਤ ਵਿੱਚ ਸਮੇਂ ਅਨੁਸਾਰ ਆਉਣਾ ਔਰ ਜੁੜ ਕੇ ਸ਼ਬਦ ਦੀ ਵਿਚਾਰ ਕਰਨੀ, ਧਰਮ ਦੇ ਖੇਤਰ ਵਿੱਚ ਇਹ ਸਭ ਤੋਂ ਉੱਤਮ ਗੱਲ ਹੈ, ਸਭ ਤੋਂ ਉੱਤਮ। ਇਸ ਦੇ ਨਾਲ ਜੀਵਨ ਦਾ ਵਧੇਰੇ ਲਾਭ ਹੁੰਦਾ ਹੈ ਜਦੋਂ ਅਸੀਂ ਰਲ ਕੇ ਬੈਠ ਕੇ ਸ਼ਬਦ ਦੀ ਵਿਚਾਰ ਕਰਦੇ ਹਾਂ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਨੇ ਸਾਨੂੰ ਆਪਣੇ ਨਾਲ ਪਿਆਰ ਕਰਨ ਵਾਲਿਆਂ ਨੂੰ ਇਹ ਉੱਤਮ ਮਾਰਗ ਦਿੱਤਾ ਹੈ। ਸਤਿਗੁਰੂ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜਿਸ ਵੇਲੇ ਨਾ ਸੇਵਾ ਸੰਭਾਲਦੇ ਨੇ, ਸੰਗਤ ਦੀ ਮਹਿਮਾ ਕਰਦਿਆਂ ਹੋਇਆਂ ਉਹਨਾਂ ਨੇ ਜਿਹੜਾ ਬਚਨ ਆਖਿਆ, ਪੰਚਮ ਪਾਤਸ਼ਾਹ ਮਹਾਰਾਜ ਧੰਨ ਗੁਰੂ ਅਰਜਨ ਸਾਹਿਬ ਨੇ ਸਾਡੀ ਰਹਿ ਰਾਸ ਦੇ ਵਿੱਚ ਦਰਜ ਕਰ ਲਿਆ। ਸੋਦਰ ਦਾ ਪਾਠ, ਜੋ ਸਤਿਗੁਰ ਸਰਨ ਸੰਗਤ ਨਹੀਂ ਆਏ, ਹੁਣੇ ਉਹਨੇ ਪਾਠ ਕਰਕੇ ਆਏ ਨਾ। ਆਪਾਂ ਧਿਆਨ ਕਰਿਓ ਜੀ, ਕਿੱਡੀ ਵੱਡੀ ਗੱਲ ਕਹਿ ਦਿੱਤੀ ਸਤਿਗੁਰੂ ਮਹਾਰਾਜ। ਜੋ ਸਤਿਗੁਰ ਸਰਨ ਸੰਗਤ ਨਹੀਂ ਆਏ, ਤ੍ਰਿਗ ਜੀਵੇ। ਵਾਹਿਗੁਰੂ। ਉਹਨਾਂ ਦਾ ਬੀਤਿਆ ਵੀ ਲਾਹਨਤ ਵਾਲਾ ਹੈ, ਬੀਤਿਆ ਵੀ, ਭਵਿੱਖ ਵੀ ਉਹਨਾਂ ਦਾ ਇਹੋ ਜਿਹਾ ਹੀ ਹੈ। ਤ੍ਰਿਗ ਜੀਵੇ, ਤ੍ਰਿਗ ਜੀਵਾਸ, ਜੀਵਾਸ ਤੋਂ ਪਾਵੇ ਜੀਵ ਸਨ, ਜਿਉਣਗੇ। ਲਾਹਨਤ ਉਹਨਾਂ ਦਾ ਜੀਵਿਆ ਤੇ ਲਾਹਨਤ ਉਹਨਾਂ ਦਾ ਆਉਣ ਵਾਲਾ ਅਗਲਾ ਜੀਵਨ, ਜਿਵੇਂ ਜਿਉਣਗੇ। ਫਿਰ ਕਹਿੰਦੇ ਨੇ ਧੰਨ ਧੰਨ ਸਤਸੰਗਤ ਹਰ ਰਸ ਪਾਇਆ, ਮਿਲ ਜਨ ਨਾਨਕ ਨਾਮ ਪ੍ਰਗਾਸ। ਦੂਜਾ ਪੱਖ, ਧੰਨ ਧੰਨ ਸਤ ਸੰਗਤ ਜਿਨ ਹਰ ਰਸ ਪਾਇਆ, ਜਿਤ ਹਰ ਰਸ ਪਾਇਆ। ਗੁਰੂ ਕੀ ਸੰਗਤ ਧੰਨ ਹੈ। ਜਿਸ ਸੰਗਤ ਵਿੱਚ ਜੁੜ ਕੇ ਨਾ ਅਸੀਂ ਹਰੀ ਪਿਆਰ ਦੀ ਬਾਤ ਪਾਉਂਦੇ ਹਾਂ ਤੇ ਹਰੀ ਰਸ ਅਸੀਂ ਪ੍ਰਾਪਤ ਕਰਦੇ ਹਾਂ। ਹਰੀ ਰਸ ਸ਼ਬਦ ਦੇ ਸੂਖਮ ਭਾਵ ਕਿਤਨੇ ਸਾਰੇ, ਕਿਤਨੇ ਸਾਰੇ। ਕੁਛ ਕੇਵਲ ਬੋਲ ਕੇ ਜੁੜ ਕੇ ਜਦੋਂ ਬੋਲਦੇ ਨੇ ਤੇ ਉਹਨੇ ਨਾਲ ਹੀ ਜੀਵਨ ਨਾ ਰਸ ਭਰਪੂਰ ਹੋ ਜਾਂਦਾ ਹੈ, ਨੇਤਰਾਂ ਵਿੱਚ ਜਲ ਆ ਜਾਂਦਾ ਹੈ, ਕੰਬਲੀਆਂ ਛਿੜ ਜਾਂਦੀਆਂ ਨੇ, ਰਸ ਹੋ ਗਿਆ, ਆਨੰਦਿਤ ਹੋ ਗਿਆ। ਕੁਝ ਪ੍ਰੇਮੀ ਜਿਸ ਵੇਲੇ ਵਾਹਿਗੁਰੂ ਜੀ ਦੀਆਂ ਬਖਸ਼ਾਂ ਦਾ ਧਿਆਨ ਧਰਦੇ ਨੇ, ਬਖਸ਼ਾਂ ਦਾ, ਤਾਂ ਉਸ ਵੇਲੇ ਵੀ ਆਖਦੇ ਨੇ ਕਮਾਲ ਹੈ, ਕਮਾਲ ਹੈ। ਸ਼ਲੋਕ ਧਿਆਨ ਕਰਿਓ ਜੀ। ਵਿਸਮਾਦ ਨਾਦ, ਆਵਾਜ਼ਾਂ ਸੁਣਨੀਆਂ।
ਅਨਹਤ ਨਾਦ ਦੀ ਬਾਤ ਤਾਂ ਫਿਰ ਅੱਗੇ ਚੱਲ ਕੇ ਹੈ, ਕਿਤਨੀ ਬਰੀਕੀ ਜਿਹੀ ਹੈ। ਅਸੀਂ ਜਿਤਨੇ ਜੀ ਇੱਥੇ ਬੈਠੇ ਹਾਂ ਸਾਰੇ ਹੀ ਬੋਲਦੇ ਹਾਂ, ਹੈਂ, ਸਾਰੇ ਹੀ ਬੋਲਦੇ ਹਾਂ, ਪਰ ਸਾਡੀ ਸਾਰਿਆਂ ਦੇ ਵਿੱਚੋਂ ਕਿਸੇ ਇੱਕ ਦੀ ਦੂਜੇ ਨਾਲ ਆਵਾਜ਼ ਰਲਦੀ ਹੈ। ਇੱਕੋ ਮਾਂ ਬਾਪ ਦੇ 1 2 3 4 5 7 ਵਧੇਰੇ ਜਾਂ ਘੱਟ ਬੱਚੇ ਹੋਣ, ਇੱਕੋ ਮਾਂ ਬਾਪ ਦੇ ਪੇਰੈਂਟਸ ਦੇ ਆਵਾਜ਼ ਰਲਦੀ ਕਿਸੇ ਦੀ? ਕਮਾਲ ਦੀ ਗੱਲ ਇਹ ਹੈ, ਇਉਂ ਹੀ ਨਹੀਂ ਹੈ ਸਿਰਫ ਕਿ ਇੱਥੇ ਬੈਠਿਆਂ ਦੀ ਜਾਂ ਇਸ ਸ਼ਹਿਰ ਵਾਲਿਆਂ ਦੀ, ਸਾਰੇ ਬ੍ਰਹਿਮੰਡ ਦੇ ਵਿੱਚ ਇੱਕ ਦੀ ਆਵਾਜ਼ ਦੂਜੇ ਨਾਲ ਨਹੀਂ ਰਲਦੀ। ਸਾਰੇ ਬ੍ਰਹਿਮੰਡ ਵਿੱਚ ਵਾਹ ਰਲਦੀ ਕਿਸੇ ਦੀ? ਕੈਸੀ ਕਮਾਲ ਦੀ ਕੁਦਰਤ ਹੈ ਵਾਹਿਗੁਰੂ ਜੀ ਦੀ ਬਣਾਈ ਹੋਈ। ਇਸ ਭਿੰਨਤਾ ਦੇ ਬਾਬਤ ਨਾ ਜਿਸ ਵੇਲੇ ਸਤਿਗੁਰੂ ਮਹਾਰਾਜ ਧਿਆਨ ਧਰਦੇ ਨੇ, ਇਹ ਧਿਆਨ ਧਰਨਾ ਹੁੰਦਾ ਹੈ। ਕੁਝ ਹੋਰ ਸਮਾਧੀਆਂ ਜੀਆਂ ਲਾਉਣੀਆਂ ਤੇ ਆਖਣਾ ਦਸਮ ਦੁਆਰ ਤੇ ਇਹ ਉਹ, ਚਲੋ ਰਾਜ਼ੀ ਰਹਿਣ ਜਿਵੇਂ ਚੱਲਦੇ ਨੇ, ਜਿਵੇਂ ਕਿਸੇ ਨੂੰ ਰਸ ਆਉਂਦਾ ਹੈ, ਜਿਹੜੇ ਪਾਸੇ ਚੱਲਣਾ ਚਾਹੁੰਦਾ। ਮੈਂ ਕੀ ਆਖਾਂ, ਮੇਰੇ ਕੁਝ ਵੱਸ ਦੀ ਗੱਲ ਨਹੀਂ ਹੈ। ਪਰ ਜਦੋਂ ਅਸੀਂ ਕਹਿੰਦੇ ਹਾਂ ਨਾ ਕਿ ਸਤਿਗੁਰੂ ਮਹਾਰਾਜ ਨਾ ਬਹੁਤ ਸਮਾਧੀ ਲਾ ਕੇ ਬੈਠੇ ਰਹਿੰਦੇ ਸਨ, ਉਹ ਕਿਹੋ ਜਿਹੀ ਸਮਾਧੀ ਹੁੰਦੀ ਸੀ? ਧਿਆਨ ਲਾਉਂਦੇ ਸਨ, ਕਿਹੋ ਜਿਹਾ ਧਿਆਨ ਹੁੰਦਾ ਸੀ? ਸਾਡੇ ਵਿੱਚ ਪ੍ਰਸਿੱਧ ਵਾਕਿਆ ਹੈ 9ਵੇਂ ਪਾਤਸ਼ਾਹ ਜੀ ਦੇ ਬਾਬਤ, ਚਰਚਾ ਵੀ ਹੋਈ ਕਿ ਸਤਿਗੁਰੂ ਆਪਣੇ ਭੋਰੇ ਵਿੱਚ ਬੈਠੇ ਸਨ, ਇੰਨੇ ਸਾਰ ਭੋਰੇ ਵਿੱਚ ਬੈਠੇ, ਇਹ ਗੱਲ ਕਿਵੇਂ ਹੋ ਸਕਦੀ? ਦੂਜਾ ਕਹਿੰਦਾ ਇਹ ਧਿਆਨ ਲਗਾਉਣ ਦੀ ਗੁਰਮਤਿ ਵਿੱਚ ਕਿਹੜੀ ਥਾਂ ਹੈਗੀ ਹੈ, ਵਗੈਰਾ ਵਗੈਰਾ। ਜਦੋਂ ਅਸੀਂ ਲੱਭਣ ਦਾ ਯਤਨ ਕਰਦੇ ਹਾਂ ਤੇ ਸਤਿਗੁਰਾਂ ਨੇ ਕੀ ਧਿਆਨ ਲਾਉਣ ਵਾਲੇ ਪਾਸੇ ਸਾਨੂੰ ਤੋਰਿਆ? ਕੀ ਧਿਆਨ? ਇਉਂ ਨਹੀਂ ਹੈ ਵੀ ਸੁਰਤੀ ਦੀ ਇਕਾਗਰਤਾ ਹੋ ਗਈ ਤੇ ਮਾਈਂਡ ਨੂੰ ਜ਼ੀਰੋ ਤੇ ਲੈ ਜਾਂਦਾ, ਜਿਹਨੂੰ ਸ਼ੂਨੇ ਆਖੇ ਜਾਂਦੇ, ਸੁੰਨ ਅਵਸਥਾ ਆਖਿਆ ਜਾਂਦਾ, ਉਹ ਨਹੀਂ ਹੈ, ਉੱਥੇ ਨਹੀਂ ਹੈ ਬਾਤ। ਸਿੱਖਾਂ ਦਾ ਮਿਹਨਤ ਇਉਂ ਜਾਪਦਾ ਹੈ, ਅੱਗੇ ਗੁਰੂ ਕੀਆਂ ਗੁਰੂ ਜਾਣਨ, ਗੁਰੂ ਕੇ ਸਿੱਖ ਜਾਣਨ। ਤੁਸੀਂ ਸਤਸੰਗੀ ਜਿਹੜੇ ਜੁੜ ਬੈਠਦੇ ਹੋ, ਤੁਸੀਂ ਜਾਣੋ ਗੁਰੂ ਰੂਪ ਸੰਗਤ। ਪਰ ਇਹਨਾਂ ਜੋਗੀਆਂ ਵਾਲੇ ਤੇ ਇੱਧਰ ਉੱਧਰ ਵਾਲੀਆਂ ਗੱਲਾਂ ਵਾਲੇ ਪਾਸੇ ਸਤਿਗੁਰਾਂ ਨੇ ਸਾਨੂੰ ਤਾਂ ਪਾਇਆ ਕੋਈ ਨਹੀਂ ਸੀ। ਹਾਂਜੀ, ਪਾਇਆ ਸੀ ਕਿਸੇ ਨੇ? ਖਿਆਲ ਨਾ ਦੂਰ ਜਿਹਾ ਫਿਰ ਚਲਾ ਜਾਂਦਾ ਹੈ ਸਾਡਾ। ਮੈਂ ਉੱਧਰ ਨਹੀਂ, ਦੂਰ ਨਹੀਂ ਮੈਂ ਜਾਣਾ ਚਾਹੁੰਦਾ, ਆਪਾਂ ਅੱਗੇ ਚੱਲੀਏ ਥੋੜ੍ਹਾ ਜਿਹਾ। ਵਿਸਮਾਦ ਨਾਦ, ਵਿਸਮਾਦ ਵੇਦ, ਵੇਦ ਸ਼ਬਦ ਦਾ ਅਰਥ ਹੈ ਗਿਆਨ। ਕਿਤਨਾ ਗਿਆਨ, ਕਿਹੜਾ ਗਿਆਨ? ਅਸੀਂ ਸਾਰੇ ਆਪਣੇ ਆਪ 'ਤੇ ਮਾਣ ਕਰਦੇ ਹਾਂ, ਮੈਂ ਗਿਆਨਵਾਨ ਹਾਂ, ਮੈਂ ਗਿਆਨੀ ਹਾਂ, ਮੈਨੂੰ ਬੜੀ ਸੋਝੀ ਹੈ। ਕਿਤਨਾ ਗਿਆਨ ਸਾਡਾ? ਜਦੋਂ ਕਿਤੇ ਨਾ ਗਿਆਨ ਵੇਖਣ ਤੁਰ ਪਈਏ ਤੇ ਗਿਆਨੀ ਵੀ ਪਰੇ ਤੋਂ ਪਰੇ ਨੇ, ਬਹੁਤ ਪਰੇ ਤੋਂ ਪਰੇ, ਜਿੱਥੇ ਤੱਕ ਅਸੀਂ ਸੋਚ ਨਹੀਂ ਸਕਦੇ। ਕਿੰਨੀ ਪ੍ਰਕਾਰ ਦਾ ਗਿਆਨ ਹੈ, ਕਿੰਨੀ ਪ੍ਰਕਾਰ ਦਾ ਗਿਆਨ ਹੈ। ਅਸੀਂ ਕਦੀ ਇਉਂ ਦੇਖ ਕੇ ਜਾਂ ਸੁਣ ਕੇ ਜਾਂ ਵੇਖ ਕੇ ਕਦੀ ਵਿਸਮਾਦ ਵਿੱਚ ਗਏ? ਵਾਹ ਵਾਹ, ਇਹ ਵੀ ਗਿਆਨ ਹੋ ਸਕਦਾ? ਮੈਂ ਤਾਂ ਸਮਝਦਾ ਸਾਂ ਮੈਂ ਹੀ ਗਿਆਨੀ ਹਾਂ, ਮੈਂ ਤਾਂ ਸਮਝਦਾ ਸਾਂ ਇੰਨਾ ਕੋਈ ਗਿਆਨ ਹੈ। ਮੈਂ ਇਹ ਕਹਿਣ ਜਾ ਰਿਹਾ ਸਾਂ, ਰਸ ਅਨੇਕ ਪ੍ਰਕਾਰ ਦੇ ਰਸ, ਵੇਖ ਵਿਡਾਨ ਰਹਿਆ ਵਿਸਮਾਦ। ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਆਖਿਆ, ਨਾਨਕ ਬੁੱਝਣ, ਬੋਲੋ ਸਾਰੇ ਬਚਨ ਯਾਦ ਹੈ, ਨਾਨਕ ਬੁੱਝਣ ਪੂਰਾ ਭਾਗ। ਵਾਹ, ਇਹ ਜਿਹੜੀ ਬੂਝ ਹੈ ਨਾ, ਜਿਹੜੀ ਸਤਿਗੁਰੂ ਮਹਾਰਾਜ ਗੁਰੂ ਨਾਨਕ ਸਾਹਿਬ ਸਾਨੂੰ ਬੂਝ ਬੁਝਾਉਂਦੇ ਨੇ, ਇਹ ਪੂਰੇ ਭਾਗਾਂ ਨਾਲ ਹੀ ਬੁੱਝੀ ਜਾਂਦੀ ਹੈ, ਜਾਣੀ ਜਾਂਦੀ ਹੈ। ਨਹੀਂ ਤਾਂ ਸਾਰੇ ਨਾ ਐਵੇਂ ਨੇੜੇ ਨੇੜੇ ਦੀਆਂ ਗੱਲਾਂ ਕਰਦੇ ਨੇ ਸਾਰੇ। ਪਰ ਜਦੋਂ ਇਹ ਬੂਝ ਆ ਜਾਂਦੀ ਹੈ ਨਾ, ਫਿਰ ਜੋ ਰਸ ਆਉਂਦਾ ਹੈ ਨਾ,
ਕਿਸੇ ਰੂਪ ਦੇ ਵਿੱਚ ਹੈ। ਐਸੀ ਹੀ ਸ਼ੇਡ ਹੈ ਜਿੱਥੇ ਗੁਰਦੇਵ ਆਖਦੇ ਨੇ ਰੰਗ ਹੱਸੇ, ਹਾਂਜੀ, ਰੰਗ ਰੋਵੇ, ਚੁੱਪ ਪੀ ਕਰ ਜਾਹੇ, ਪ੍ਰਵਾਹ ਨਾਹੀ ਕਿਸੈ ਕੇਰੀ, ਬਾਝ ਸੱਚਾ ਨਾ ਹੈ। ਇਹ ਰਸੀਆਂ ਸੱਜਣਾਂ ਦੀਆਂ ਬਾਤਾਂ ਨੇ, ਰਸੀਏ, ਪਦਾਰਥਾਂ ਦੇ ਰਸੀਏ ਨਹੀਂ, ਵਾਹਿਗੁਰੂ ਜੀ ਦੇ ਰੰਗਾਂ ਦੇ ਰਸੀਏ, ਉਸ ਦੇ ਕੌਤਕਾਂ ਦੇ ਰਸੀਏ। ਇਹ ਕਿਤਨਾ ਕੁਛ ਬਣਾਇਆ, ਖੰਡ ਬ੍ਰਹਿਮੰਡ ਬਣਾਏ ਸਾਰੇ, ਕੈਸਾ ਰਸ ਹੈ। ਬਾਬਾ ਫਰੀਦ ਜੀ ਹੋਰਾਂ ਦਾ ਦੂਸਰਾ ਸ਼ਲੋਕ ਜਿੱਥੋਂ ਆਪਾਂ ਨੇ ਵਿਚਾਰ ਆਰੰਭ ਕਰਨੀ ਹੈ, ਮੈਂ ਐਸਾ ਪ੍ਰਤੀਤ ਕਰਦਾ ਕਿ ਬਾਬਾ ਫਰੀਦ ਦੇਖਦੇ ਪਏ ਨੇ, ਨਾਮ ਮਹਾਤਮਾ ਰੱਖ ਲਿਆ ਆਪਣਾ। ਇਸਲਾਮੀ ਦੁਨੀਆ ਦੀ ਆਪਣੀ ਸ਼ਬਦਾਵਲੀ ਹੈ, ਉਸ ਸ਼ਬਦਾਵਲੀ ਦੇ ਦੋ ਸ਼ਬਦ ਅੱਜ ਨਾ ਇੱਕੋ ਭਾਵ ਵਾਲੇ ਸਾਡੇ ਸਾਹਮਣੇ ਨੇ। ਇੱਕ ਆਖਿਆ ਜਾਂਦਾ ਸੀ ਫਕੀਰ, ਸਿੰਗੂਲਰ ਨੂੰ ਆਖਿਆ ਜਾਂਦਾ ਸੀ ਫਕੀਰ, ਪਲੂਰਲ ਨੂੰ, ਬਹੁਵਚਨ ਨੂੰ ਆਖਿਆ ਜਾਂਦਾ ਸੀ ਫੁਕਰਾ, ਫੁਕਰੇ। ਅਸੀਂ ਪੰਜਾਬੀ ਵਿੱਚ ਤਾਂ ਹੋਰ ਹੀ ਉਹਦਾ ਰੂਪ ਜਿਹਾ ਲੈ ਕੇ ਤੁਰੇ ਆ ਨਾ, ਵੀ ਕੋਈ ਐਵੇਂ ਵਾਧੂ ਜੀਆਂ ਸ਼ੈਖੀਆਂ ਜੀਆਂ ਮਾਰੇ ਤੇ ਆਖਦਾ ਫੁਕਰੀਆਂ ਮਾਰਦਾ। ਗੱਲ ਉੱਥੇ ਹੀ ਹੈ, ਫਕੀਰਾਂ ਵਾਲੀਆਂ ਗੱਲਾਂ ਕਰਨੀਆਂ। ਹੁਣ ਫਕੀਰ ਦੇ ਵੀ ਦੋ ਰੂਪ ਨੇ। ਇੱਕ ਤਾਂ ਸੰਵਰਿਆ ਹੋਇਆ ਰੂਪ, ਜਿਹੜਾ ਧਰਮੀ ਬੰਦੇ ਚਾਹੁੰਦੇ ਨੇ ਕਿ ਹੋਣਾ ਚਾਹੀਦਾ ਹੈ, ਜਿਸ ਦਾ ਅੱਜ ਵੀ ਹਵਾਲਾ ਦੇ ਰਹੇ ਨੇ ਬਾਬਾ ਫਰੀਦ ਸਾਹਿਬ। ਇੱਕ ਤਾਂ ਉਹ ਸੰਵਰਿਆ ਹੋਇਆ ਰੂਪ ਹੈ, ਦੂਜਾ ਹੈ ਮੰਗਤਿਆਂ ਦਾ ਰੂਪ। ਧਾਰਮਿਕ ਲਿਬਾਸ ਪਾ ਲੈਣਾ, ਹੋਣਾ ਮੰਗਤੇ। ਜਿਵੇਂ ਸ਼ਬਦ ਨਾ ਫਕੀਰ ਹੈ, ਉਸੇ ਤਰ੍ਹਾਂ ਦੂਜਾ ਸ਼ਬਦ ਦਰਵੇਸ਼ ਸੀ। ਦਰਵੇਸ਼, ਦਰਵੇਸ਼ ਸ਼ਬਦ ਫਾਰਸੀ ਦੇ ਪਿਛੋਕੜ ਵਾਲਾ ਹੈ ਦਰ ਅਵੇਜ਼। ਦਰ ਮੈਂ ਨਾ ਦਰਵਾਜ਼ਾ, ਅਵੇਜ਼ ਮੈਂ ਨਾ ਲਮਕਿਆ ਹੋਇਆ, ਜਿਹੜਾ ਦਰਵਾਜ਼ੇ ਨਾਲ ਲਮਕਿਆ ਹੋਇਆ ਹੈ, ਬਾਹਰ ਦਰਵਾਜ਼ੇ ਤੇ ਲਮਕਿਆ ਹੋਇਆ ਹੈ। ਲਮਕੇ ਰਹਿਣ ਦਾ ਕੀ ਭਾਵ ਹੈ? ਕਦੀ ਇਸ ਦਰਵਾਜ਼ੇ ਤੇ, ਕਦੀ ਉਸ ਦਰਵਾਜ਼ੇ ਤੇ, ਕਦੀ ਉਸ ਦਰਵਾਜ਼ੇ ਤੇ, ਕਦੀ ਉਸ ਦਰਵਾਜ਼ੇ ਤੇ। ਹੁਣ ਭਾਵ ਜਦੋਂ ਅਸੀਂ ਲੱਭਾਂਗੇ ਤੇ ਸਾਡੇ ਸਾਹਮਣੇ ਆਵੇਗਾ। ਬਾਬਾ ਫਰੀਦ ਕੀ ਕਹਿ ਰਹੇ ਨੇ, ਸਪਸ਼ਟ ਕਰਦੇ ਨੇ, ਜੇ ਘਰ ਘਰ ਹੰਡਾ ਮੰਗਦਾ ਵਾਹਿਗੁਰੂ, ਤ੍ਰਿਗ ਜੀਵਨ ਤ੍ਰਿਗ ਵੇਸ। ਇਹ ਸ਼ਬਦ ਜਿਹੜਾ ਮੈਂ ਕਹਿ ਰਿਹਾ, ਇਹਨਾਂ ਦਾ ਨਹੀਂ ਆਖਿਆ ਹੋਇਆ, ਧੰਨ ਗੁਰੂ ਅਮਰਦਾਸ ਪਾਤਸ਼ਾਹ ਦਾ। ਦਰਵਾਜ਼ੇ ਨਾਲ ਕਦੀ ਇਸ ਦਲੀਜ ਤੇ ਖਲੋ ਗਿਆ, ਕਦੀ ਉਸ ਦਲੀਜ ਤੇ ਖਲੋ ਗਿਆ। ਦਲੀਜ਼ਾਂ ਤੇ ਕਿਉਂ ਖਲੋਣਾ, ਦਰਵਾਜ਼ੇ ਤੇ ਕਿਉਂ ਖਲੋਣਾ, ਦਰਵੇਸ਼ ਕਿਉਂ ਕਹਾਉਣਾ? ਮੰਗੀ ਜਾਣਾ, ਮੰਗੀ ਜਾਣਾ, ਮੰਗੀ ਜਾਣਾ। ਧਾਰਮਿਕ ਲਿਬਾਸ ਪਾ ਕੇ ਤੇ ਮੰਗੀ ਜਾਣਾ। ਤੁਸੀਂ ਦੇਖਿਆ ਸਾਡੇ ਅੰਦਰ ਭਾਰਤ ਦੇ ਵਿੱਚ ਵਿਸ਼ੇਸ਼ ਤੌਰ ਤੇ ਧਾਰਮਿਕ ਲਿਬਾਸ ਨੂੰ ਸਨਮਾਨ ਦਿੱਤਾ ਗਿਆ ਹੈ। ਹੁਣ ਧਾਰਮਿਕ ਲਿਬਾਸ ਤਾਂ ਕੋਈ ਲਿਬਾਸ ਧਾਰਮਿਕ ਨਹੀਂ ਹੁੰਦਾ, ਪਰ ਨਾ ਹੋਣ ਦੇ ਬਾਵਜੂਦ ਵੀ ਲਿਬਾਸ ਧਾਰਮਿਕ ਹੁੰਦਾ ਹੈ। ਤੁਸੀਂ ਭੈਣਾਂ ਭਾਈ ਧਿਆਨ ਕਰੋਗੇ, ਲਿਬਾਸ ਕੋਈ ਧਾਰਮਿਕ ਨਹੀਂ ਹੁੰਦਾ। ਧਾਰਮਿਕ ਮਨੁੱਖ ਹੁੰਦਾ ਹੈ, ਧਰਮੀ ਜੀਵਨ ਹੁੰਦਾ ਹੈ, ਲੇਕਿਨ ਨਾ ਇੱਕ ਵਰਗ ਜਿਹਾ ਬਣ ਜਾਂਦਾ ਹੈ, ਔਰ ਉਸ ਵਰਗ ਨੇ ਨਾ ਇੱਕ ਐਸਾ ਲਿਬਾਸ ਧਾਰਨ ਕੀਤਾ ਹੁੰਦਾ ਹੈ ਜਿਹੜਾ ਆਮ ਲੋਕ ਧਾਰਨ ਨਹੀਂ ਕਰਦੇ, ਤੇ ਉਸ ਲਿਬਾਸ ਨੂੰ ਹੀ ਧਰਮੀ ਲਿਬਾਸ ਬਣਾ ਲਿਆ ਜਾਂਦਾ ਹੈ। ਉਸ ਦੇ ਮਤਲਬ ਹੋਰ ਹੁੰਦੇ ਨੇ, ਕਾਰਨ ਉਸ ਦੇ ਹੋਰ ਹੁੰਦੇ ਨੇ, ਪਰ ਉਹਨੂੰ ਇਹ ਧਾਰਮਿਕ ਲਿਬਾਸ, ਧਾਰਮਿਕ ਲਿਬਾਸ ਹੈ। ਇਹ ਤੁਸੀਂ ਵੀ ਪਾ ਸਕਦੇ ਹੋ, ਮੈਂ ਵੀ ਪਾ ਸਕਦਾ, ਮੈਂ ਵੀ ਲਾ ਸਕਦਾ, ਤੁਸੀਂ ਵੀ ਲਾ ਸਕਦੇ ਹੋ। ਔਰ ਤੁਸੀਂ ਧਿਆਨ ਕਰੋਗੇ, ਅਸੀਂ ਜਿਸ ਵੇਲੇ ਲਿਬਾਸ ਆਪਣਾ ਬਦਲਦੇ ਹਾਂ, ਤੇ ਕੀ ਲਿਬਾਸ ਬਦਲਣ ਦੇ ਨਾਲ ਸਾਡੇ ਅੰਦਰਲੀ ਧਾਰਮਿਕਤਾ ਵੀ ਬਦਲ ਜਾਂਦੀ ਹੈ। ਹਾਂਜੀ,
ਸਾਡੇ ਅੰਦਰ ਦੀ ਧਾਰਮਿਕਤਾ ਬਦਲਦੀ ਹੈ ਕੋਈ? ਉਹ ਤਾਂ ਉੱਥੇ ਦੀ ਉੱਥੇ। ਪਰ ਐਸਾ ਨਾ ਫਿਰ ਉਹਨੂੰ ਪਖੰਡ ਆਖਿਆ ਗਿਆ। ਧਰਮ ਦੀ ਦੁਨੀਆ ਦੇ ਵਿੱਚ ਪਖੰਡ, ਲਿਬਾਸ ਪਾ ਲਿਆ ਧਾਰਮਿਕ ਬੰਦਿਆਂ ਦਾ, ਪਰ ਧਾਰਮਿਕ ਸੀ ਨਹੀਂ। ਕੋਈ ਵਿਅਕਤੀ ਵੀ ਹੋਵੇ, ਲੋੜਵੰਦ ਸਾਡੇ ਦਰਵਾਜ਼ੇ 'ਤੇ ਅੱਜ ਆ ਜਾਏ, ਭੁੱਖਾ ਹੋਵੇ, ਅਸੀਂ ਭੋਜਨ ਦਿੰਦੇ ਹਾਂ। ਗੁਰੂ ਕੇ ਸਿੱਖ ਜਿਹੜੇ ਨੇ, ਕੋਈ ਵੀ ਉਹਨਾਂ ਦੇ ਦਰ 'ਤੇ ਆ ਜਾਏ, ਭੋਜਨ ਨਹੀਂ ਦਿੰਦੇ। ਐਂ ਕਹਿ ਲਓ ਵੀ ਧਾਰਮਿਕ ਲਿਬਾਸ ਵਾਲਾ ਆਇਆ ਅਤੇ ਅਸੀਂ ਥੋੜ੍ਹਾ ਜਿਹਾ ਸਤਿਕਾਰ ਦੇ ਸ਼ਬਦਾਂ ਦੇ ਨਾਲ ਅਸੀਂ ਬੋਲਾਂਗੇ ਅਤੇ ਤਾਂ ਵਧੇਰੇ ਅੱਛੇ ਲਹਿਜ਼ੇ ਨਾਲ ਅਸੀਂ ਉਹਦੇ ਪੇਸ਼ ਹੋਵਾਂਗੇ ਅਤੇ ਖਾਣਾ ਦੇਵਾਂਗੇ ਅਸੀਂ, ਬਈ ਇਹਨੇ ਖਾਣਾ ਹੈ, ਕੁਛ ਰੋਟੀ ਖਾ ਲਈ ਨਾ। ਹੁਣ ਉੱਥੋਂ ਉੱਠ ਕੇ ਦੂਜੇ ਦਰਵਾਜ਼ੇ 'ਤੇ ਚਲਾ ਜਾਵੇ ਮੰਗਣ ਵਾਸਤੇ, ਝੋਲੀ ਪਾ ਲਈ, ਗਲਾਂ ਵਿੱਚ ਨਾ ਝੋਲੀ ਪਾਈ ਹੁੰਦੀ ਸੀ ਪਿੱਛੇ ਲੈਣ ਵਾਸਤੇ। ਦੂਜੇ ਦਰਵਾਜ਼ੇ ਤੋਂ ਹਟ ਕੇ ਤੀਜੇ 'ਤੇ ਚਲਾ ਜਾਵੇ, ਤੀਜੇ ਤੋਂ ਚੌਥੇ 'ਤੇ ਚਲਾ ਜਾਵੇ। ਹੁਣ ਉਹ ਪੇਟ ਦੀ ਭੁੱਖ ਮਿਟਾਉਣ ਵਾਸਤੇ ਨਹੀਂ ਤੁਰਿਆ ਫਿਰਦਾ, ਉਹ ਤਾਂ ਇੱਕ ਢੰਗ ਦੇ ਨਾਲ ਨਾ ਧਾਰਮਿਕ ਲਿਬਾਸ ਪਾ ਕੇ ਧਨ ਇਕੱਠਾ ਕਰਨ ਦਾ ਯਤਨ ਕਰਦਾ ਹੈ। ਐਸਾ ਹੁੰਦਾ ਹੈ। ਕਈ ਵਾਰੀ ਅਸੀਂ ਸੁਣਦੇ ਹਾਂ, ਉਹ ਫਲਾਣਾ ਸਾਧ ਮਰਿਆ, ਫਲਾਣਾ ਫਕੀਰ ਮਰਿਆ, ਉਹਦੀ ਕੋਠੜੀ ਵਿੱਚੋਂ, ਉਹਦੀ ਝੌਂਪੜੀ ਦੇ ਵਿੱਚੋਂ ਲੱਖਾਂ ਰੁਪਈਏ ਮਿਲੇ। ਸੁਣਦੇ ਹਾਂ ਵਪਾਰੀਆਂ ਦੇ ਘਰਾਂ ਦੇ ਵਿੱਚੋਂ ਜਾਂ ਹੋਰ ਇਸ ਪ੍ਰਕਾਰ ਦੇ ਸੰਸਾਰੀ ਲੋਕਾਂ ਦੇ ਕੋਲੋਂ ਲੱਖਾਂ ਰੁਪਈਏ ਮਿਲ ਪਏ ਨੇ, ਕੋਈ ਅਚਰਜ ਬਾਤ ਹੈ। ਪਰ ਮੰਗਤੇ ਦੇ ਕੋਲੋਂ ਲੱਖਾਂ ਰੁਪਈਏ ਨਿਕਲਣੇ, ਇਹ ਗੱਲ ਅਚਰਜ ਹੈ। ਸਤਿਗੁਰੂ ਮਹਾਰਾਜ ਨੇ ਸਾਨੂੰ ਨਾ ਧਰਮ ਦੇ ਨਾਂ 'ਤੇ ਮੰਗਣ ਵਾਲੀ ਜਿਹੜੀ ਕਿਰਿਆ ਸੀ ਨਾ, ਉਸ ਤੋਂ ਵਰਜਿਆ, ਉਸ ਤੋਂ ਹਟ ਗਿਆ। ਹੁਣ ਇਹਨਾਂ ਦੇ ਸ਼ਬਦ ਜਿਹੜੇ ਨੇ ਇਸਲਾਮੀ ਸ਼ਬਦ ਫਕੀਰ ਅਤੇ ਦਰਵੇਸ਼, ਉਹਨਾਂ ਦੇ ਬਰਾਬਰ ਦੂਸਰੇ ਪਾਸੇ ਭਾਰਤੀ ਬੋਲੀ ਦੇ ਜਿਹੜੇ ਸ਼ਬਦ ਨੇ ਸੰਤ ਅਤੇ ਸਾਧ, ਇੱਕੋ ਗੱਲ ਹੀ ਹੈ। ਉਧਰ ਫਕੀਰ ਹੈ, ਦਰਵੇਸ਼ ਨੇ, ਹਾਂਜੀ। ਭਾਰਤੀਆਂ ਦੇ ਵਿੱਚ ਸੰਤ ਸਨ, ਸਾਧ ਸਨ, ਮਹਾਤਮਾ ਕਹਿ ਲੈਂਦੇ, ਮਹਾਤਮਾ ਮਹਾਨ ਆਤਮਾ ਵਾਲਾ ਮਹਾਂਪੁਰਸ਼ ਆਖਿਆ ਗਿਆ। ਅਤੇ ਜੇ ਉਹ ਵੀ ਇਵੇਂ ਤੁਰਨ ਲੱਗ ਪੈਣ, ਧਰਮ ਦੇ ਨਾਂ 'ਤੇ ਧਾਰਮਿਕ ਲਿਬਾਸ ਪਾ ਕੇ, ਧਾਰਮਿਕ ਬਾਤ ਬਣਾ ਕੇ ਕੰਮ ਮੰਗਣ ਦਾ ਹੀ ਕਰਨ ਲੱਗ ਪੈਣ, ਅਤੇ ਫਿਰ ਉਹ ਕੁਛ ਤਾਂ ਨਾ ਹੋਏ ਨਾ ਜਿਹੜੇ ਕੁਛ ਦਾ ਉਹ ਵਿਖਾਵਾ ਕਰਦੇ। ਹਾਂਜੀ, ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਇਸ 'ਤੇ ਕਟਾਕਸ਼ ਕੱਸਿਆ ਸੀ ਔਰ ਨਾਲ ਉਸ ਦਾ ਸਲੂਸ਼ਨ ਵੀ ਦੱਸਿਆ ਸੀ। ਕਹਿੰਦੇ ਨੇ, ਦਰਵੇਸ਼ੀ ਕੋ ਜਾਨ ਸੀ, ਵਿਰਲਾ ਕੋ ਦਰਵੇਸ਼। ਦਰਵੇਸ਼ੀ, ਦਰਵੇਸ਼ੀ ਕੋ ਜਾਨ ਸੀ, ਕੋਈ ਵਿਰਲਾ ਜਾਣਦਾ ਹੈ। ਵਿਰਲਾ ਕੋ ਦਰਵੇਸ਼, ਕੋਈ ਵਿਰਲਾ ਦਰਵੇਸ਼ ਹੈ। ਜੇ ਘਰ ਘਰ ਹੰਡਾ ਮੰਗਦਾ, ਧ੍ਰਿਗ ਜੀਵਨ ਵਾਹਿਗੁਰੂ, ਧ੍ਰਿਗ ਵੇਸ਼, ਇਹਦੀ ਥਾਂ 'ਤੇ ਕੀ ਚਾਹੀਦਾ ਹੈ? ਜੇ ਆਸਾ ਅੰਦੇਸਾ ਤਜ ਰਹਾ ਹੈ, ਗੁਰਮੁਖ ਭਿਖਿਆ ਨਾਉ। ਜੇ ਲੋਕਾਂ ਦੇ ਦਰਵਾਜ਼ੇ 'ਤੇ ਖੜੋਣ ਦੀ ਬਜਾਏ, ਦਲੀਜ਼ਾਂ ਮੱਲੀ ਖੜੋਤੇ ਰਹਿਣ ਦੀ ਬਜਾਏ ਵਾਹਿਗੁਰੂ ਜੀ ਦੇ ਦਰ 'ਤੇ ਆ ਜਾਵੇ, ਵਾਹਿਗੁਰੂ ਦੇ ਦਰਵੇਸ਼ ਬਣ ਜਾਵੇ। ਜਿਵੇਂ ਗੁਰੂ ਬਾਬਾ ਕਹਿੰਦੇ ਨੇ, ਇੱਕ ਨਾਨਕ ਕੀ ਅਰਦਾਸ, ਜੇ ਤੁਧ ਭਾਵ ਸੀ, ਮੈਂ ਦੀਜੈ ਨਾਮ ਨਿਵਾਸ। ਹਰ ਗੁਣ ਗਾਵਸੀ, ਇੱਕ ਨਾਨਕ ਕੀ ਅਰਦਾਸ। ਹੈ ਤਾਂ ਉਹ ਵੀ ਮੰਗਿਆ ਜਾਂਦਾ। ਹੁਣੇ ਜਿਸ ਵੇਲੇ ਸ਼ਾਮ ਨੂੰ ਸੋਦਰ ਦਾ ਪਾਠ ਹੋਇਆ ਨਾ, ਰਹਿਰਾ ਸਾਹਿਬ ਦਾ, ਉਪਰੰਤ ਸ਼ਬਦ ਸੁਣਾਏ ਉਹਨੇ, ਮੰਗੋ ਦਾਨ ਠਾਕੁਰ ਨਾਮ। ਹੈ ਤਾਂ ਮੰਗਿਆ ਜਾ ਰਿਹਾ ਨਾ, ਮੰਗੋ ਦਾਨ ਠਾਕੁਰ ਨਾਮ। ਅਵਰ ਕਛੂ ਮੇਰਾ ਸੰਗ ਨਾ ਚੱਲੈ, ਮਿਲੈ
कृपा गुण गाम, मैनू पता है राज माल अनेक, ਇਹ ਸਾਰਾ ਕੁਝ ਜੋ ਕੁਝ ਹੈ ਕੀ ਹੈ? ਰੁੱਖਾਂ ਦੀ ਛਾਂ, ਤਰਵਰ ਕੀ ਛਾਂ। ਜਦੋਂ ਇਸ ਗੱਲ ਦਾ ਅਹਿਸਾਸ ਹੋ ਗਿਆ ਤੇ ਫਿਰ ਦਰਵਾਜ਼ਿਆਂ ਨਾਲ ਖੜੋ ਖੜੋ ਕੇ ਲੱਗ ਲੱਗ ਕੇ ਮੰਗਣ ਵਾਲੀ ਗੱਲ ਕਿਉਂ ਜੀਵਨ ਵਿੱਚ ਰਹਿ ਗਈ? ਹੁਣ ਇੱਕ ਖਿਆਲ ਮੈਂ ਤੁਹਾਡੇ ਨਾਲ ਇਤਿਹਾਸਕ ਤੌਰ ਤੇ ਸਾਂਝਾ ਕਰਾਂ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਜਿਸ ਵੇਲੇ ਇਤਿਹਾਸ ਮੈਂ ਵਿਚਾਰ ਰਿਹਾ ਸਾਂ, ਇਹ ਨੁਕਤਾ ਵੀ ਮੇਰੇ ਸਾਹਮਣੇ ਆਇਆ ਵਿਸ਼ੇਸ਼ ਤੌਰ ਤੇ। ਉਹਨਾਂ ਨੂੰ ਉਸ ਵੇਲੇ ਦੇ ਜਿਹੜੇ ਹੁਕਮਰਾਨ ਸਨ ਉਹਨਾਂ ਦਾ ਸਾਹਮਣਾ ਕਰਨਾ ਪਿਆ। ਜੇ ਤਾਂ ਆਏ ਇੱਥੇ ਦਿੱਲੀ, ਤੁਸਾਂ ਨੇ ਪੜ੍ਹਿਆ ਸੁਣਿਆ ਹੋਵੇਗਾ, ਉਸ ਵੇਲੇ ਇੱਥੋਂ ਦਾ ਬਾਦਸ਼ਾਹ ਸੀ ਸਿਕੰਦਰ ਲੋਧੀ। ਜਦੋਂ ਫਸਟ ਟਾਈਮ ਇੱਥੇ ਆਏ ਨੇ ਸਿਕੰਦਰ ਸੀ। ਸਿਕੰਦਰ ਲੋਧੀ ਜਿਹੜਾ ਸੀ ਨਾ, ਬੜਾ ਜ਼ੁਲਮ ਕਰਦਾ ਸੀ, ਡਾਢਾ ਸੀ। ਉਸਨੇ ਸਤਿਗੁਰਾਂ ਨੂੰ ਇੱਕ ਫਕੀਰ ਸਮਝ ਕੇ ਫੜ ਲਿਆ, ਅੰਦਰ ਕਰ ਦਿੱਤਾ। ਉਸ ਵੇਲੇ ਦੀ ਕਰੜੀ ਜਿਹੜੀ ਮੁਸ਼ੱਕਤ ਹੁੰਦੀ ਸੀ ਨਾ, ਜਿਹੜੀ ਇਹਨਾਂ ਲੋਕਾਂ ਨੂੰ ਦਿੱਤੀ ਜਾਂਦੀ ਸੀ, ਹੋਰ ਕੁਝ ਮਾਰਨਾ ਨਹੀਂ, ਸਜ਼ਾ ਨਹੀਂ ਦੇਣੀ, ਇਹਨਾਂ ਦੇ ਅੱਗੇ ਚੱਕੀ ਰੱਖ ਦਿਓ, ਆਟਾ ਪੀਣ ਹੈ। ਕੋਈ ਮਾਰਿਆ ਨਹੀਂ, ਕੋਈ ਕੁਛ ਨਹੀਂ ਕੀਤਾ, ਲੇਕਿਨ ਨਾ ਪੀਣ ਤੇ ਸਾਰੀ ਸਾਰੀ ਦਿਹਾੜੀ ਲਾ ਦੇਣਾ। ਹਾਂਜੀ, ਕਿੱਡੀ ਵੱਡੀ ਕਰੜੀ ਮੁਸ਼ੱਕਤ ਹੈ। ਇਵੇਂ ਹੀ ਹਵਾਲਾ ਮਿਲਦਾ ਹੈ। ਜਿਸ ਵੇਲੇ ਹਜ਼ੂਰ ਦੇ ਅੱਗੇ, ਮਰਦਾਨਾ ਜੀ ਦੇ ਅੱਗੇ ਚੱਕੀ ਰੱਖੀ ਤੇ ਉਹ ਆਪਣੇ ਆਪ ਹੀ ਚੱਲੀ ਗਈ। ਸਿਕੰਦਰ ਦੇ ਕੋਲ ਜਿਸ ਵੇਲੇ ਪਤਾ ਲੱਗਾ, ਹਾਂਜੀ, ਸਿਕੰਦਰ ਕਹਿੰਦਾ ਮੈਂ ਆਪ ਆਪਣੀ ਅੱਖੀਂ ਵੇਖਣਾ ਚਾਹੁੰਦਾ। ਆ ਕੇ ਵੇਖਿਆ ਉਸਨੇ ਤੇ ਚੱਕੀ ਚੱਲਦੀ ਪਈ ਸੀ। ਆਪਣੇ ਆਖਿਆ ਮੁਸਾਹਿਬਾਂ ਨੂੰ, ਇਹਨਾਂ ਨੂੰ ਛੱਡ ਦਿਓ, ਇਹ ਅਸਲੀ ਫਕੀਰ ਹੈ, ਇਹਨੂੰ ਛੱਡ ਦਿਓ। ਹੁਣ ਗੁਰੂ ਬਾਬਾ ਫਿਰ ਉੱਥੇ ਬਚਨ ਕਰਦੇ ਨੇ, ਕਹਿੰਦੇ ਨੇ ਤੁਸੀਂ ਫਕੀਰਾਂ ਦਾ ਇਮਤਿਹਾਨ ਕਿਉਂ ਲੈ ਰਹੇ ਹੋ? ਫਕੀਰਾਂ ਦੀ ਪਰਖ ਕਿਉਂ ਕਰਨ ਲੱਗ ਪਏ ਹੋ? ਉਸ ਦਾ ਜਵਾਬ ਪਤਾ ਕੀ ਸੀ? ਬਿਲਕੁਲ ਸੇਮ ਹੀ ਜਵਾਬ ਬਾਬਰ ਦਾ ਹੈ, ਸਮਾਂ ਪਾ ਕੇ ਸੇਮ ਹੀ ਜਵਾਬ ਔਰੰਗਜ਼ੇਬ ਦਾ ਹੈ। ਉਹਨਾਂ ਨੇ ਕਿਹਾ ਬਾਬਾ ਇਹ ਤੇਰੇ ਵਰਗੇ ਫਕੀਰ ਨਹੀਂ, ਇਹ ਮੰਗਤੇ ਫਕੀਰ ਨੇ, ਇਹ ਸਮਾਜ ਤੇ ਭਾਰ ਨੇ, ਇਹਨਾਂ ਦੇ ਅੰਦਰ ਧਾਰਮਿਕਤਾ ਨਹੀਂ ਹੈ। ਔਰ ਸ਼ਬਦ ਉਦੋਂ ਆਮ ਤੌਰ ਤੇ ਸਾਖੀਕਾਰਾਂ ਨੇ ਵਰਤਿਆ, ਇਹ ਲੋਟੂ ਨੇ ਸਾਰੇ। ਹੁਣ ਸਤਿਗੁਰੂ ਮਹਾਰਾਜ ਪਰਉਪਕਾਰੀ ਨੇ, ਇਹ ਦੂਜਾ ਪੱਖ ਸੀ, ਪਰਉਪਕਾਰੀ ਨੇ। ਕਹਿੰਦੇ ਨੇ ਫਿਰ ਵੀ ਰੱਬ ਦੇ ਫਕੀਰ ਨੇ, ਹੈਂ, ਛੱਡ ਦਿਓ। ਇੱਥੇ ਵੀ ਛਡਾਏ, ਕਾਬਲ ਵੀ ਛਡਾਏ, ਬਿਲਕੁਲ ਸੇਮ ਕਹਾਣੀ ਹੈ, ਸੇਮ ਗਾਥਾ ਮਿਲਦੀ ਹੈ। ਕਦੀ ਸਮਾਂ ਆਇਆ ਸੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ ਵੀ ਛੁਡਾਏ ਸਨ, ਇਹ ਕਹਿ ਕੇ ਹੈਂ ਇਹਨੂੰ ਛੱਡ ਦਿਓ। ਵਾਹ, ਇਹ ਜਿਹੜੀ ਕਿਰਪਾਲਤਾ ਹੈ, ਦਿਆਲਤਾ ਹੈ, ਤਰਸ ਹੈ, ਇਹ ਧਰਮੀ ਬੰਦਿਆਂ ਦੇ ਅੰਦਰ ਆਉਂਦਾ ਹੈ। ਫਿਰ ਵੀ ਅਸੀਂ ਕਹਿੰਦੇ ਹਾਂ ਚਲੋ ਯਾਰ ਧਾਰਮਿਕ ਲਿਬਾਸ ਹੈ, ਖਿਮਾ ਕਰ ਦਿਓ। ਅਸੀਂ ਜਿੱਥੇ ਸੰਤਾਂ ਦੀ ਕਦਰ ਕਰਦੇ ਹਾਂ, ਸੰਤਾਂ ਦਾ ਸਤਿਕਾਰ ਕਰਦੇ ਹਾਂ, ਅਦਬ ਕਰਦੇ ਹਾਂ, ਹਰ ਤਰ੍ਹਾਂ ਕਰਕੇ ਅਦਬ ਕਰਦੇ ਹਾਂ, ਉੱਥੇ ਨਾਲ ਨਾਲ ਅਸੀਂ ਕਬੀਰ ਜੀ ਦਾ ਸ਼ਬਦ ਵੀ ਚੇਤੇ ਨਹੀਂ ਕਰਦੇ ਹੁੰਦੇ, ਗੱਜ ਸਾਢੇ ਤੈ ਤੈ ਧੋਤੀਆਂ ਤੇਰੇ ਪਾਇਨ ਤੱਗ, ਗਲੀ ਜਿਨ੍ਹਾਂ ਜਪ ਮਾਲੀਆਂ, ਲੋਟੇ ਹੱਥ ਨਹੀਂ ਬੱਗ ਓਏ। ਹਾਂਜੀ, ਹਰ ਕੇ ਸੰਤ ਨਾ ਆਖੀਆਂ ਕੀ ਨੇ? ਬਨਾਰਸ ਕੇ ਠੱਗ। ਐਸ ਗੱਲ ਨੂੰ, ਕਪਟੀ ਸੁਭਾਅ ਨੂੰ, ਧਰਮ ਦੇ ਲਿਬਾਸ ਦੇ ਥੱਲੇ ਕਪਟੀ ਸੁਭਾਅ ਨੂੰ, ਕਪਟੀ ਜੀਵਨ ਨੂੰ ਗੁਰੂ ਸਾਹਿਬ ਨੇ ਕਦੀ ਪ੍ਰਵਾਨ ਨਹੀਂ ਕੀਤਾ। ਗੁਰੂ ਕੇ ਸਿੱਖ ਵੀ ਨਹੀਂ ਕਰਦੇ, ਹਰ ਇੱਕ ਨੂੰ ਵੇਖਣ ਲੱਗ ਪੈਂਦੇ ਨੇ, ਹੈਂ, ਜਿਵੇਂ ਨਾ ਪਰਦਾ ਚੁੱਕ ਕੇ ਵੇਖਣ ਲੱਗ ਪਈ। ਅੱਜ ਕੱਲ੍ਹ ਤਾਂ ਬਹੁਤੀ ਜੀ ਗੱਲ ਹੋ ਗਈ। ਪਰ ਜਿਹੜੇ ਨਾ
ਤੁਹਾਡੇ ਜੈਸੇ ਦਿਆਲੂ ਸੁਭਾਅ ਵਾਲੇ ਨੇ, ਧਰਮੀ ਸੁਭਾਅ ਵਾਲੇ ਨੇ, ਉਹ ਪਰਦਾ ਨਹੀਂ ਲਾਉਂਦੇ, ਕਹਿੰਦੇ ਨੇ ਨਾ ਕਰੋ। ਉਹ ਫਿਰ ਐਸ ਪੰਕਤੀ ਦਾ ਵੀ ਆਸਰਾ ਲੈਂਦੇ ਨੇ, ਨਿੰਦਾ ਭਲੀ ਕਿਸੈ ਕੀ ਨਾਹੀ, ਮਨ ਮੁਗ ਮੁਗਧ ਕਰਨ, ਮੋਹ ਕਾਲੇ ਤਿਨ ਨਿੰਦਕਾਂ, ਨਰਕੇ ਘੋਰ ਪਚੰਨ। ਜਦੋਂ ਤੁਸੀਂ ਨਾ ਪਰਦਾ ਚੁੱਕ ਕੇ ਕਿਸੇ ਦਾ ਵੇਖਣ ਲੱਗੋਗੇ ਨਾ, ਕੀ ਵੇਖਣਾ? ਜੀਵਨ। ਸਰੀਰ ਨਹੀਂ ਪਰਦਾ ਚੁੱਕ ਕੇ ਵੇਖਿਆ ਜਾ ਰਿਹਾ, ਅੰਦਰ ਵੇਖਿਆ ਜਾ ਰਿਹਾ ਪਰਦਾ ਚੁੱਕ ਕੇ। ਖਿਮਾ ਕਰਿਓ ਜੇ, ਪੂਰਾ ਕੌਣ ਹੈ? ਕੌਣ ਪੂਰਾ ਹੈ? ਆਪਣੇ ਅੰਦਰ ਝਾਤ ਪਾ ਕੇ ਅਸੀਂ ਦੇਖੀਏ। ਮੈਂ ਮਾਣ ਕਰਦਾ ਹੋਵਾਂਗਾ, ਮੈਂ ਆਪਣੇ ਆਪ 'ਤੇ ਪ੍ਰਾਊਡ ਕਰਦਾ ਹੋਵਾਂਗਾ, ਮੈਂ ਧਰਮੀ ਹਾਂ, ਪਰ ਕਿੰਨਾ ਕੁ ਧਰਮੀ ਹਾਂ? ਹੈਂ, ਇੰਨਾ ਨਹੀਂ ਤੇ ਇੰਨਾ ਕਹਿ ਲਓ, ਇੰਨਾ ਨਹੀਂ ਤੇ ਇੰਨਾ ਕਹਿ ਲਓ। ਹੋਰ ਕੀ, ਕਿੰਨੀ ਕੁ ਵੇਥੋਂ ਦੀ ਸਾਡੀ ਆਪਸ ਵਿੱਚ? ਕੋਈ ਜੂਨੀਅਰ ਹੈ, ਕੋਈ ਸੀਨੀਅਰ ਹੈ, ਕੋਈ 1 ਕਦਮ ਅੱਗੇ ਆ, ਕੋਈ 2 ਕਦਮ ਅੱਗੇ ਆ, ਕੋਈ 10 ਕਦਮ ਅੱਗੇ ਆ। ਇੰਨਾ ਕੁ ਫਰਕ ਹੀ ਹੈ ਨਾ। ਪਰ 10 ਕਦਮ ਤੋਂ ਬਾਅਦ ਜਿਸ ਵੇਲੇ ਪਰਦਾ ਚੁੱਕਿਆ ਜਾਂਦਾ ਹੈ ਨਾ, ਤੇ 10 ਕਦਮ ਤੋਂ ਬਾਅਦ ਵੀ ਪਤਾ ਲੱਗਦਾ ਵੀ ਇੱਥੇ ਵੀ ਗੱਲ ਇਹੋ ਜਿਹੀ ਹੈ ਸਾਰੀ। ਅੰਤ ਨੂੰ ਕੀ ਹੁੰਦਾ ਹੈ? ਸਾਡੀ ਬਿਰਤੀ, ਸਾਡਾ ਮਨ ਖੰਡਿਤ ਹੁੰਦਾ ਹੈ, ਖੰਡਿਤ ਹੁੰਦਾ ਹੈ। ਇਸ ਲਈ ਭਲੇ ਪੁਰਸ਼ਾਂ ਨੇ ਸਮਝਾਇਆ, ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਖਿਆ ਕਿ ਨਿੰਦਾ ਭਲੀ ਕਿਸੇ ਕੀ ਨਾ, ਨਾ ਕਰੋ, ਨਾ ਕਰੋ। ਹੁਣ ਜਿਵੇਂ ਇਹ ਪਾਵਨ ਵਚਨ ਆਖੇ ਨੇ, ਬਾਬਾ ਫਰੀਦ ਜੀ ਹੁਣੀ ਆਖੇ ਨੇ, ਜਿਸ ਵੇਲੇ ਅਸੀਂ ਰਲ ਕੇ ਬੈਠ ਕੇ ਜੁੜ ਕੇ ਇਹਨਾਂ ਦੀ ਵਿਚਾਰ ਕਰਾਂਗੇ, ਤੇ ਫਿਰ ਕੋਈ ਐਸੀ ਦਰਵੇਸ਼ੀ ਜਾਂ ਐਸੀ ਕੋਈ ਸੰਤਗੀਰੀ ਜਾਂ ਐਸੀ ਕੋਈ ਮਹਾਂਪੁਰਖਾਂ ਵਾਲੀ ਗੱਲ, ਉਹਦੇ ਥੱਲੇ ਕਿਸੇ ਪ੍ਰਕਾਰ ਦਾ ਕਪਟ ਜਾਂ ਪਾਪ ਕਮਾਉਣ ਦਾ ਜਾਂ ਧਨ ਇਕੱਠਾ ਕਰਨ ਦਾ ਕੋਈ ਯਤਨ ਕਰੇਗਾ? ਸਤਿਗੁਰਾਂ ਨੇ ਇਵੇਂ ਸਮਝਾਇਆ, ਨਹੀਂ, ਧਰਮ ਦੀ ਗੱਲ ਉਹਨੂੰ ਚੇਤੇ ਕਰਵਾਓ, ਕਰਤਾਰ ਕਿਰਪਾ ਕਰੇ ਸਾਰਿਆਂ ਦੇ ਚਿੱਤ ਵਿੱਚ ਵਸ ਜਾਏ, ਬਸ ਸਾਰਿਆਂ ਦੇ ਚਿੱਤ ਵਿੱਚ ਵਸ ਜਾਏ। ਖਿਮਾ ਕਰਨਾ, ਮੈਂ ਹੱਥ ਜੋੜ ਕੇ ਆਖਦਾ, ਲਿਬਾਸ ਪਾਉਣਾ, ਕੱਪੜੇ ਪਾਉਣੇ, ਕਿਸੇ ਖੁੱਲੇ ਪਾਏ, ਕਿਤੇ ਢਿੱਲੇ ਪਾਏ ਜਾਂ ਕੈਸੇ ਪਾਏ। ਬਾਹਰ ਕਿਤਨੇ ਗੁਰੂ ਕੇ ਸਿੱਖ ਵਸਦੇ ਨੇ, ਇਸ ਇਲਾਕੇ ਵਿੱਚ, ਗਲੀ ਵਿੱਚ, ਮੁਹੱਲੇ ਵਿੱਚ ਗੁਰੂ ਕੇ ਕਿਤਨੇ ਸਿੱਖ ਵਸਦੇ ਨੇ। ਉਹਨਾਂ ਨੂੰ ਗੁਰੂ ਚੇਤੇ ਨਹੀਂ ਹੈਗਾ। ਉਹਨਾਂ ਨੂੰ ਪਤਾ ਨਹੀਂ ਕਿ ਬਾਬਾ ਜੀ ਹੋਰਾਂ ਨੇ ਵਿਸ਼ੇਸ਼ ਸਮਾਗਮ ਰੱਖਿਆ ਹੋਇਆ ਹੈ। ਕੋਈ ਵੀ ਰੀਜ਼ਨ ਹੋ ਸਕਦਾ, ਕਿਸੇ ਦਾ ਕੋਈ ਵੀ ਕਾਰਨ ਹੋ ਸਕਦਾ, ਨਹੀਂ ਆਏ, ਤੁਸੀਂ ਆ ਗਏ, ਤੁਹਾਨੂੰ ਕੀ ਆਖਿਆ ਜਾਵੇਗਾ? ਇਹ ਸਾਡੇ ਨਾਲ ਵਧੇਕ ਧਰਮੀ ਨੇ। ਅਸੀਂ ਕਿਸੇ ਕਾਰਨ ਨਹੀਂ ਜਾ ਸਕੇ, ਨਹੀਂ ਜਾ ਰਹੇ ਅਸੀਂ, ਪਰ ਇਹ ਧਰਮੀ ਬੰਦੇ ਨੇ ਜਿਹੜੇ ਅੰਦਰ ਜਾਂਦੇ ਨੇ, ਫਿਰ ਵੀ ਧਰਮ ਦੀ ਗੱਲ ਸੁਣਨ ਵਾਸਤੇ ਗਏ ਸਮਾਂ ਕੱਢ ਕੇ। ਹੁਣ ਐਂ ਤਾਂ ਨਹੀਂ ਨਾ ਵੀ ਆਪ ਜੀ ਜਿਤਨੇ ਇਸ ਵੇਲੇ ਟਿਕੇ ਬੈਠੇ ਹੋ, ਅਸੀਂ ਕੋਈ ਵਿਹਲੜਾਂ ਦੀ ਫੌਜ ਆ ਕਿ ਅਸੀਂ ਵਿਹਲੇ ਹਾਂ, ਐਸਾ ਤਾਂ ਨਹੀਂ ਕੁਛ ਹੈ। ਸਾਰੀ ਦਿਹਾੜੀ ਕੰਮ ਕਰ ਕਰਕੇ ਆਏ, ਸਰੀਰਾਂ ਨੂੰ ਥਕਾਵਟਾਂ ਹੁੰਦੀਆਂ ਨੇ, ਘਰ ਦਾ ਸੰਭਾਲ ਕਰਨਾ ਹੁੰਦਾ ਹੈ, ਵੇਲੇ ਸਿਰ ਭੋਜਨ ਤਿਆਰ ਕਰਨਾ ਹੁੰਦਾ, ਬੀਬੀਆਂ ਨੇ ਬੱਚਿਆਂ ਦੀ ਸੰਭਾਲ ਕਰਨੀ ਹੁੰਦੀ ਹੈ। ਵਿਹਲਾ ਕੌਣ ਹੈ? ਸੰਸਾਰੀ ਗ੍ਰਸਤੀ ਕਦੀ ਵਿਹਲਾ ਨਹੀਂ ਹੁੰਦਾ। ਪਰ ਗ੍ਰਸਤੀ ਹੋ ਕੇ ਫਿਰ ਜਿਹੜਾ ਸਤਸੰਗ ਲਈ ਟਾਈਮ ਕੱਢ ਲੈਂਦਾ ਹੈ, ਉਹ ਦੂਜਿਆਂ ਦੀ ਨਜ਼ਰ ਵਿੱਚ ਧਾਰਮਿਕ ਨਹੀਂ ਹੋਵੇਗਾ, ਉਹ ਧਾਰਮਿਕ ਹੀ ਹੋਵੇਗਾ। ਔਰ ਤੁਸੀਂ ਪ੍ਰਤੀਤ ਕਰਦੇ ਹੋਵੋਗੇ, ਮਹਿਸੂਸ ਕਰਦੇ ਹੋਵੋਗੇ, ਜਿਸ ਵੇਲੇ ਤੁਸੀਂ ਗੁਰਦੁਆਰਾ ਸਾਹਿਬ ਤੋਂ ਮੁੜ ਕੇ ਜਾਂਦੇ ਹੋ, ਜਿਹੜਾ ਵੀ ਮਿਲਦਾ ਹੈ ਨਾ, ਉਹ ਵਧੇਕ ਸਤਿਕਾਰ ਨਾਲ ਮਿਲਦਾ। ਕਿਉਂ? ਗੁਰਦੁਆਰਿਓਂ ਹੋ ਕੇ ਆਏ। ਇਸ ਤਰ੍ਹਾਂ ਹੁੰਦਾ ਨਹੀਂ ਹੈ। ਸਾਡੀਆਂ ਧੀਆਂ ਭੈਣਾਂ ਹੋਣ, ਮਾਈਆਂ ਹੋਣ, ਸਾਡੇ ਭਾਈ ਹੋਣ, ਬੱਚੇ ਹੋਣ, ਸਾਰੇ ਵਿਸ਼ੇਸ਼ ਅਦਬ ਹੁੰਦਾ ਹੈ। ਅਤੇ ਸਤਿਕਾਰਯੋਗ ਜੀ ਨਾ ਬਾਬਾ ਫਰੀਦ ਸਾਹਿਬ ਨੇ ਇਸ ਗੱਲ ਵੱਲ ਧਿਆਨ ਦਿਵਾਇਆ। ਲਿਬਾਸ ਹੋਣਾ, ਧਾਰਮਿਕ ਕਹਾਉਣਾ, ਇਹ ਸਾਰੀਆਂ ਇੱਕ ਹੀ ਗੱਲਾਂ ਹੋ ਜਾਂਦੀਆਂ ਨੇ। ਭਲਾ ਉਹ ਹੁੰਦਾ ਹੈ ਜਿਹੜਾ ਅੰਦਰੋਂ ਧਾਰਮਿਕ ਹੋ ਜਾਏ, ਜਿਹੜਾ ਅੰਦਰੋਂ ਦਰਵੇਸ਼ ਹੋ ਗਿਆ, ਜਿਹੜਾ ਅੰਦਰੋਂ ਸੰਤ ਹੋ ਗਿਆ। ਦਰਅਸਲ ਉਹ ਹੈ ਫਕੀਰ, ਉਹ ਹੈ ਦਰਵੇਸ਼। ਬਾਬਾ ਫਰੀਦ ਹੋਇਆਂ ਨੂੰ, ਜਿਵੇਂ ਅਸੀਂ ਬੀਤੀ ਸ਼ਾਮ ਵਿਚਾਰ ਰਹੇ ਸਾਂ, 850 ਵਰ੍ਹਾ ਹੋਇਆ, 850 ਵਰ੍ਹਾ ਪਹਿਲਾਂ
ਬਾਬਾ ਫਰੀਦ ਜੀ ਨੇ ਜਨਮ ਲਿਆ। ਫਰੀਦ ਅੱਜ ਵੀ ਯਾਦ ਕੀਤੇ ਜਾਂਦੇ ਨੇ ਕਿ ਨਹੀਂ ਕੀਤੇ ਜਾਂਦੇ? ਉਹਨਾਂ ਦੀ ਸਿੱਖਿਆ ਤੋਂ ਅੱਜ ਵੀ ਭਗਤ ਪੈਦਾ ਹੋ ਰਹੇ ਨੇ। ਅੱਜ ਵੀ ਮੈਨੂੰ ਬੜੀ ਭਲੀ ਪ੍ਰਕਾਰ ਯਾਦ ਹੈ, ਜਦੋਂ ਅਖੰਡ ਪਾਠ ਸਾਹਿਬ ਦੀਆਂ ਡਿਊਟੀਆਂ ਲਗਾਇਆ ਕਰਦੇ ਸਾਂ ਅਤੇ ਦੂਸਰੇ ਦਿਨ ਤਕਰੀਬਨ ਸਵੇਰੇ ਪ੍ਰਭਾਤੇ ਆਮ ਤੌਰ 'ਤੇ ਇਸ ਬਾਣੀ ਦਾ ਪਾਠ ਆਉਂਦਾ ਹੈ, ਜਿਸ ਵੇਲੇ ਸੰਸਕ੍ਰਿਤੀ ਦੇ ਸ਼ਲੋਕਾਂ ਤੋਂ ਬਾਅਦ ਬਾਬਾ ਕਬੀਰ ਜੀ ਦੇ ਸ਼ਲੋਕ ਸ਼ੁਰੂ ਹੋਏ, ਫਰੀਦ ਜੀ ਦੇ ਸ਼ਲੋਕ ਸ਼ੁਰੂ ਹੋਏ। ਪਿੰਡਾਂ ਦੇ ਵਿੱਚ ਕਰਦਿਆਂ ਹੋਇਆਂ ਕਈ ਵਾਰ ਮੈਂ ਦੇਖਣਾ, ਜਿਨ੍ਹਾਂ ਸਧਾਰਨ ਜਿਹੇ ਲੋਕਾਂ ਨੂੰ, ਖੇਤੀਬਾੜੀ ਕਰਨ ਵਾਲਿਆਂ ਨੂੰ ਬਾਣੀ ਆਮ ਤੌਰ 'ਤੇ ਨਹੀਂ ਸਮਝ ਆਉਂਦੀ ਨਾ, ਉਹ ਬਾਬਾ ਫਰੀਦ ਜੀ ਦੇ ਸ਼ਲੋਕਾਂ ਦੇ ਵੇਲੇ ਆ ਕੇ ਬਹਿ ਜਾਂਦੇ। ਸਾਨੂੰ ਸਮਝ ਆਉਂਦੀ ਹੈ, ਸਾਨੂੰ ਚੰਗੇ ਬੜੇ ਲੱਗਦੇ ਨੇ। ਫਿਰ ਨਾ ਚੁਣ ਕੇ ਪਾਠੀ ਬਿਠਾਉਣੇ ਉੱਥੇ, ਬਈ ਇਸ ਵੇਲੇ ਨਾ ਬਾਬਾ ਫਰੀਦ ਦੇ ਸ਼ਲੋਕ ਯਾਰ ਪਿਆਰ ਨਾਲ ਸੁਣਾਓ ਸਾਰੇ, ਕੋਈ ਨਹੀਂ ਲੇਟ ਥੋੜ੍ਹਾ ਜਿਹਾ ਹੋ ਜਾਵਾਂਗੇ, ਬਾਅਦ 'ਚ ਕਾਹਲ ਨਾਲ ਪਾਠ ਕਰ ਲਿਓ ਜੇ, ਫਰੀਦ ਜੀ ਦੇ ਸ਼ਲੋਕ ਪਿਆਰ ਨਾਲ ਸੁਣਾਓ ਤੁਸੀਂ। 850 ਵਰ੍ਹਾ ਹੋ ਗਿਆ। ਫਿਰ ਸਤਿਕਾਰਯੋਗ ਨਾ ਭਾਈ ਸਾਹਿਬ ਭਾਈ ਨੰਦ ਲਾਲ ਜੀ ਬਚਨ ਕਰਦੇ ਨੇ, ਦਰ ਦਹਰ ਕਿ ਮਰਦਾਨੇ ਖੁਦਾ ਆਮਦਾ ਅੰਧ, ਬਰ ਗੁਮਸ਼ੁਦਗਾਂ रहनुमा आमदा अंध, गोया अगर ई चश्मे तो मुश्ताक खुदास्त, मर्दाने खुदा खुदा नुमा आमदा अंध। फारसी है, समझ आम तौर पर घट आउंदी क्योंकि असी फारसी पढ़ी नहीं है आम तौर पर। दरदार जमाने विच जगत विच मरदाने खुदा आमदा अंध, ਇਹ ਜਿਹੜੇ ਰੱਬੀ ਬੰਦੇ ਆਉਂਦੇ ਨੇ ਨਾ, ਰੱਬੀ ਬੰਦੇ ਜਿਨ੍ਹਾਂ ਨੂੰ ਮਹਾਤਮਾ ਕਿਹਾ ਜਾਂਦਾ ਹੈ, ਮਹਾਂਪੁਰਸ਼ ਆਖਿਆ ਜਾਂਦਾ ਹੈ, ਹਾਂਜੀ, ਇਹ ਕਿਉਂ ਆਉਂਦੇ ਨੇ? ਬਰ ਗੁੰਮਸ਼ੁਦਗਾਂ ਰਹਿਨੁਮਾ ਆਮਦਾ ਅੰਧ, ਜਿਹੜੇ ਬੰਦੇ ਨਾ ਗੁੰਮਸ਼ੁਦਾ ਹੋਏ ਹੁੰਦੇ ਨੇ, ਗੁਆਚੇ ਹੋਏ ਹੁੰਦੇ ਨੇ, ਭੁੱਲੇ ਭਟਕੇ ਹੋਏ ਹੁੰਦੇ ਨੇ, ਰਹਿਨੁਮਾ ਆਮਦਾ ਅੰਧ, ਉਹਨਾਂ ਲਈ ਰਹਿਨੁਮਾਈ ਕਰਦੇ ਨੇ, ਉਹਨਾਂ ਨੂੰ ਰਸਤਾ ਵਿਖਾਉਂਦੇ ਨੇ। ਫਿਰ ਸਤਿਕਾਰਯੋਗ ਜੀ ਨੇ ਕਿਹਾ, ਗੋਇਆ ਅਗਰ ਈ ਚਸ਼ਮੇ ਤੋਂ ਮੁਸ਼ਤਾਕ ਖੁਦਾਸਤ, ਕਹਿੰਦੇ ਨੇ ਹੁਣ ਇਹ ਬੰਦੇ ਪਤਾ ਕਿੰਨੇ ਕੀਮਤੀ ਨੇ, ਇਹ ਕਿੰਨੇ ਪਿਆਰੇ ਨੇ। ਮੈਂ ਤੁਹਾਨੂੰ ਇਹ ਗੱਲ ਆਖਦਾ, ਅਗਰ ਈ ਚਸ਼ਮੇ ਤੋਂ, ਜੇ ਤੇਰੇ ਚਸ਼ਮ ਤੋਂ ਭਾਵ ਹੈ ਅੱਖਾਂ, ਨੇਤਰ, ਚਸ਼ਮੇ ਤੋਂ ਮੁਸ਼ਤਾਕ ਖੁਦਾਸਤ, ਜੇ ਤੇਰੇ ਇਹ ਨੇਤਰ ਰੱਬ ਵੇਖਣਾ ਚਾਹੁੰਦੇ ਨੇ ਨਾ, ਜੇ ਤੇਰੇ ਇਹ ਨੇਤਰ ਰੱਬ ਦੇ ਦਰਸ਼ਨ ਕਰਨੇ ਚਾਹੁੰਦੇ ਨੇ ਨਾ, ਅੱਖਾਂ ਮੀਟ ਕੇ ਨਾ ਦਰਸ਼ਨ ਕਰ, ਅੱਖਾਂ ਖੋਲ ਕੇ ਇਹਨਾਂ ਦੇ ਦਰਸ਼ਨ ਕਰ, ਤੁਹਾਨੂੰ ਖੁਦਾ ਦੇ ਦਰਸ਼ਨ ਹੋ ਜਾਣਗੇ। ਗੋਇਆ ਅਗਰ ਈ ਚਸ਼ਮੇ ਤੋਂ ਮੁਸ਼ਤਾਕ ਖੁਦਾਸਤ, ਮਰਦਾਨੇ ਖੁਦਾ, ਇਹ ਰੱਬੀ ਬੰਦੇ, ਮਰਦਾਨੇ ਖੁਦਾ खुदा नुमा आमदांद। अंतरजामी आखो सारे, अंतरजामी पुरख विधाते, सरदा मन की पूरे, नानक दास यह सुख मंगै, मोको कर संतन की धूरे। अंतरजामी पुरख विधाते, ਪ੍ਰੋਫੈਸਰ ਸਾਹਿਬ ਸਿੰਘ ਜੀ ਜਿਸ ਵੇਲੇ ਨਾ ਇਹਨਾਂ ਸ਼ਲੋਕਾਂ ਦੀ ਵਿਆਖਿਆ ਸ਼ੁਰੂ ਕਰਦੇ ਨੇ, ਅਰਥ ਸ਼ੁਰੂ ਕਰਦੇ ਨੇ, ਉਹ ਕਹਿੰਦੇ ਨੇ ਅਸਲ 'ਚ ਸਾਨੂੰ ਇਹ ਪ੍ਰਤੀਤ ਹੁੰਦਾ ਹੈ ਕਿ ਫਰੀਦ ਜੀ ਦੇ ਸਾਰੇ ਸ਼ਲੋਕਾਂ ਦਾ ਇੱਕ ਮੁੱਦਾ ਹੈ, ਬੰਦਾ ਦਰਵੇਸ਼ ਕਿਵੇਂ ਹੋ ਸਕਦਾ ਹੈ। ਇਹ ਮੁੱਦਾ ਸਿਰਫ ਉਸ ਦੇ ਵੱਖਰੇ ਵੱਖਰੇ ਪਹਿਲੂ ਨੇ, ਵੱਖਰੇ ਵੱਖਰੇ ਪੱਖ ਨੇ ਜਿਨ੍ਹਾਂ ਦੇ ਬਾਬਤ ਦੱਸਿਆ ਗਿਆ, ਪਰ ਮੁੱਦਾ ਇੱਕ ਹੈ, ਦਰਵੇਸ਼ ਕਿਵੇਂ ਬਣਿਆ ਜਾ ਸਕਦਾ ਹੈ। ਹਾਂਜੀ, ਹੁਣ ਫਿਰ ਇਹ ਕਿਹਨਾਂ ਨੂੰ ਬਣਾਇਆ ਜਾ ਰਿਹਾ ਹੈ? ਕਿਸੇ ਵਿਸ਼ੇਸ਼ ਲਿਬਾਸ ਵਾਲੇ ਨੂੰ ਬਣਾਇਆ ਜਾ ਰਿਹਾ? ਨਹੀਂ। ਸਤਿਗੁਰੂ ਮਹਾਰਾਜ, ਮੈਂ ਕਿਤਨੀ ਵਾਰ ਇੱਕ ਬਚਨ ਕਰਿਆ ਕਰਦਾ ਇਸ ਪੱਖ ਤੋਂ,
ਅਸੀਂ ਕਦੀ ਕਦੀ ਨਾ ਉਲਾਰੂ ਹੋ ਜਾਂਦੇ ਹਾਂ। ਮੈਂ ਇਉਂ ਮਹਿਸੂਸ ਕਰਦਾ, ਉਲਾਰੂ ਹੋਏ ਕਿ ਨਾ ਅਸੀਂ ਆਖਦੇ ਹਾਂ ਸੰਤ ਕੋਈ ਹੋ ਹੀ ਨਹੀਂ ਸਕਦਾ, ਕੋਈ ਸੰਤ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਹੀ ਸੰਤ ਹੈ, 10 ਪਾਤਸ਼ਾਹੀਆਂ ਸੰਤ ਨੇ, ਕੋਈ ਹੋਰ ਸੰਤ ਨਹੀਂ ਹੋ ਸਕਦਾ। ਮੈਂ ਕਹਿੰਦਾ ਨਹੀਂ, ਇਉਂ ਨਾ ਆਖੋ, ਤੁਸੀਂ ਇਉਂ ਨਾ ਆਖੋ। ਕਿਤਨੀਆਂ ਸਾਰੀਆਂ ਉਦਾਹਰਨਾਂ ਨੇ। ਮੈਂ ਹੁਣ ਉਦਾਹਰਨਾਂ ਦੇ ਪਿੱਛੇ ਨਹੀਂ ਜਾਵਾਂਗਾ, ਪ੍ਰਮਾਣਾਂ ਦੇ ਪਿੱਛੇ ਮੈਂ ਨਹੀਂ ਜਾਵਾਂਗਾ, ਸਮੇਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ। ਪਰ ਸਾਨੂੰ ਸਾਰਿਆਂ ਨੂੰ ਧਿਆਨ ਰੱਖਣਾ ਚਾਹੀਦਾ ਹੈ। ਸੂਝਵਾਨ ਗੁਰਮਤਿ ਦੇ ਖੋਜੀ ਸੱਜਣਾ ਨੇ ਇਹ ਤੱਥ ਸਾਹਮਣੇ ਲਿਆਂਦਾ ਹੈ, ਗੁਰੂ ਕਾ ਤੱਥ, ਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਇਹ ਸਮਝਦੇ ਨੇ ਵਾਹਿਗੁਰੂ ਸੰਤ ਹੈ, ਵਾਹਿਗੁਰੂ ਸੰਤ ਹੈ। ਸਿੱਖ ਵੇਖਦੇ ਨੇ ਸਾਡਾ ਗੁਰੂ ਸੰਤ ਹੈ, ਤੇ ਗੁਰੂ ਨਾਨਕ ਸਾਹਿਬ ਇਹ ਚਾਹੁੰਦੇ ਨੇ ਕਿ ਮੈਂ ਨਾ ਇਹਨਾਂ ਸਾਰਿਆਂ ਨੂੰ ਵਾਹਿਗੁਰੂ ਵਰਗੇ ਸੰਤ ਬਣਾ ਦਿਆਂ, ਵਾਹਿਗੁਰੂ ਵਰਗੇ ਸੰਤ ਬਣਾ ਦਿਆਂ, ਉਹ ਚਾਹੁੰਦੇ ਨੇ। ਔਰ ਕਿਤਨੀ ਸੂਖਮ ਜਿਹੀ ਨਾ ਹੈ ਸੰਖੇਪਤਾ ਜੀ ਨਾਲ ਗੱਲ ਕਰ ਦਿੱਤੀ। ਤੁਸੀਂ ਸੰਤ ਬਣਨਾ ਚਾਹੁੰਦੇ ਹੋ, ਬਣੋ। ਜਿਨ ਸਾਸ ਗਿਰਾਸ ਨਾ ਵਿਸਰੈ, ਹਰਿ ਨਾਮਾ ਮਨ ਮੰਤ। ਅੱਗੇ ਕੀ ਆਖਿਆ ਹੁਣ ਫਿਰ, ਬੋਲੋ ਸਾਰੇ। ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਇੱਕ ਸੰਤ ਨਹੀਂ ਬਣਾਇਆ, ਸੰਤਾਂ ਦੀ ਸੰਗਤ ਬਣਾਈ ਹੈ। ਇੱਕ ਸੰਤ ਨਹੀਂ ਬਣਾਇਆ, ਸੰਤਾਂ ਦੀ ਸੰਗਤ ਬਣਾਈ, ਸੰਤਾਂ ਦੀਆਂ ਸੰਗਤਾਂ ਵਧੀਆਂ। ਹੁਣ ਕਿਹੜੇ ਸੰਤਾਂ ਦੀਆਂ ਸੰਗਤਾਂ ਵਧੀਆਂ? ਸਿੱਖ ਸੰਤ ਹੀ ਹੈ। ਜੇ ਸਿੱਖ ਦੇ ਅੰਦਰ ਸੰਤਤਾਈ ਨਹੀਂ ਹੈ ਤਾਂ ਇਹ ਹੋਣੀ ਚਾਹੀਦੀ ਹੈ। ਹਰ ਸਿੱਖ ਦੇ ਅੰਦਰ ਸੰਤਤਾਈ ਹੋਵੇ, ਕਰਤਾਰ ਨਾਲ ਜੁੜੇ ਰਹਿਣ ਵਾਲਾ ਹੋਵੇ, ਉਸ ਦੇ ਨੇਤਰਾਂ ਦੇ ਵਿੱਚ ਸੰਤ ਵਾਲੀ ਦ੍ਰਿਸ਼ਟੀ ਹੋਵੇ, ਜੀਵਨ ਸਾਰਾ ਇਸ ਪ੍ਰਕਾਰ ਦਾ ਹੋਵੇ। ਇਉਂ ਸਾਨੂੰ ਸਤਿਗੁਰੂ ਮਹਾਰਾਜ ਨੇ ਨਾ ਜੁਗਤੀ ਦੇ ਨਾਲ ਪਿਆਰ ਨਾਲ ਸਮਝਾਇਆ, ਤੇ ਅੱਜ ਵੀ ਆਖਿਆ। ਤੇ ਪ੍ਰੋਫੈਸਰ ਸਾਹਿਬ ਸੈਨੋਰਾ ਨੇ ਇਹ ਗੱਲ ਆਖੀ ਕਿ ਫਰੀਦ ਜੀ ਦਾ ਇਹਨਾਂ ਸਾਰੇ ਸ਼ਲੋਕਾਂ ਦਾ ਸਾਰ ਇੱਕ ਗੱਲ ਤੇ ਹੈ, ਦਰਵੇਸ਼ ਕਿਵੇਂ ਬਣਿਆ ਜਾ ਸਕਦਾ ਹੈ। ਹੁਣ ਫਿਰ ਲਫ਼ਜ਼ਾਂ ਦੇ ਸਿਰਫ ਹੇਰ ਫੇਰ ਹੈਗਾ, ਇਹ ਅੱਗਾ ਪਿੱਛਾ ਹੈਗਾ ਹੈ। ਜਿਵੇਂ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਆਖਿਆ ਕਿ ਸਾਡੇ ਜੀਵਨ ਦਾ ਮੁੱਦਾ ਹੀ ਇਹ ਹੈ, ਕਿਵ ਸਚਿਆਰਾ ਹੋਈ ਹੈ, ਕਿਵ ਕੂੜ ਹੈ ਟੁੱਟੈ ਪਾਲ। ਤੇ ਕਿਵੇਂ ਜੀਵਨ ਸਫਲ ਹੋ ਸਕਦਾ ਹੈ? ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਹੁਣ ਜੇ ਦਰਵੇਸ਼ਾਂ ਵਾਲੀ ਗੱਲ ਜਿੱਥੇ ਆਖਿਆ ਸੀ, ਦਰਵੇਸ਼ ਦਰ ਅਵੇਜ਼, ਦਰਵਾਜ਼ੇ ਨਾਲ ਲਟਕਿਆ ਹੋਇਆ, ਸਤਿਗੁਰਾਂ ਨੇ ਆਖਿਆ ਝੋਲੀਆਂ ਭਰ ਲਵੇਂਗਾ, ਗਠੜੀਆਂ ਭਰ ਲਵੇਂਗਾ, ਪੰਡਾਂ ਬੰਨ੍ਹ ਲਵੇਂਗਾ ਧਨ ਦੀਆਂ ਸਿਰ ਤੇ ਚੇਤਾ ਰੱਖੀ ਸਾਡੀ ਗੱਲ, ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਪਾਰ। ਇਹੀ ਗੱਲ ਸਤਿਕਾਰਯੋਗ ਬਾਬਾ ਜੀ ਕਹਿੰਦੇ ਨੇ ਮੈਂ ਵੀ ਪੋਟਲੀ ਸਿਰ 'ਤੇ ਰੱਖੀ ਹੋਈ, ਗੰਢੜੀ ਸਿਰ 'ਤੇ ਰੱਖੀ ਹੋਈ। ਹੁਣ ਗੰਢੜੀ ਦੇ ਨਾ ਕਾਹਦੀ ਗੰਢੜੀ ਸਿਰ 'ਤੇ ਰੱਖੀ ਹੋਈ? ਅਕਲਾਂ ਦੀ ਗੰਢੜੀ ਸਿਰ 'ਤੇ ਰੱਖੀ ਹੋਈ, ਪਖੰਡ ਦੀ ਗੰਢੜੀ ਸਿਰ 'ਤੇ ਰੱਖੀ ਹੋਈ, ਪਦਾਰਥਾਂ ਦੀ ਗੰਢੜੀ ਸਿਰ 'ਤੇ ਰੱਖੀ ਹੋਈ। ਕਾਹਦੀ ਗੰਢੜੀ ਸਿਰ 'ਤੇ ਰੱਖੀ ਹੈ? ਪੋਟਲੀ ਰੱਖੀ ਹੋਈ ਹੈ। ਪੋਟ ਖੋਲ੍ਹਦੇ ਨੇ ਅੱਗੇ ਚੱਲ ਕੇ, ਕਹਿੰਦੇ ਨੇ ਫਰੀਦਾ ਦਰ ਦਰਵੇਸ਼ੀ ਗਾਖੜੀ। ਗਾਖੜੀ ਮੈਂ ਨਾ ਔਖੀ, ਜਿਹਨੂੰ ਦਰਵੇਸ਼ੀ ਆਖਿਆ ਜਾਂਦਾ ਹੈ, ਸੰਤਗੀਰੀ ਆਖਿਆ ਜਾਂਦਾ ਹੈ ਨਾਲ ਨਾ ਅੱਜ ਦੇ ਜੀਵਨ ਨੂੰ ਮਿਲਾ ਕੇ ਚੱਲਣਾ। ਜਿਹਨੂੰ ਸਿੱਖੀ ਆਖਿਆ ਜਾਂਦਾ ਹੈ, ਸੌਖੀ ਹੈ। ਅਸੀਂ ਦਰਵੇਸ਼ੀ ਸ਼ਬਦ ਛੱਡ ਦਈਏ, ਸਿੱਖੀ ਸ਼ਬਦ ਸੌਖਾ ਹੈ। ਅਸੀਂ ਸਾਰੇ ਹੀ ਸਿੱਖ ਹੋਣ ਦਾ ਕਹਾਉਣ ਦਾ ਦਾਅਵਾ ਕਰਦੇ ਹਾਂ, ਪਰ ਕੀ ਸਿੱਖ ਬਣਨਾ ਸੌਖਾ ਹੈ? ਕਦੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ
उस सज्जन नूं आखिया सी जिहड़ा गोडे पार हो के वार वार कह रहा सी मैनू सिख बनाओ मैनू सिख बनाओ, माधोदास बैरागी। तो शब्दावली है भाई साहब भाई रतन सिंह भंगू दी, सतगुਰਾਂ ने जवाब दिता, माधोदासा बरागी बनना बड़ा सौखा ही, तांत्रिक बनना बड़ा सौखा ही, ये पूजा मान लेना जंतर मंतर मारने ये सारा कुछ बड़ा सौखा ही, पर गुरु नानक दा सिख बनना बड़ा औखा ही। सतगुरु कही सिख बनना औखा, सतगुरु कही सिख बनना औखा, तन मन धन धार होए ना तोखा। तोख हुंदी खुशी, तू अपना तन भेंट कर, अपना धन भेंट कर, अपना मन भेंट कर, ते फिर भी एवें जकारे ना छड्डदा फिर भी मैं भेंट करता सारा कुछ। वाह सोचना साडे अंदर भी किसी प्रकार की भुख नहीं आ जाती, थोड़ा कुछ दे के तो फिर जकारा छड्डना छड्डाउणा चाहुंदे आ। वो कहंदे ने नहीं, जिहड़ा सिख है ना तन मन धन तर होए ना तोखा, सिख बनन के कठन सो कर्म, सिख होए तब खोए भरम, सिख होए जब आपा खोवै, मेट निजै कुल गुरु कुल होवै। इन्हां शब्दां दे ना अर्थ तुसीं आप करिओ जे। दरवेशी सौखी नहीं, फरीद कहते हैं दरवेशी गाखड़ी, सिੱਖੀ सौखी है। गल इको ही है जो गुरु नानक आख रहे ने उही बाबा जी फरीद जी आख रहे हैं। एक नुकता जरूर ध्यान रखना, ये विचार करदे होया सानू कदी कदी जे झौला पवे ना, कदी कदी झौला पवे कि इत्थे आ जिहड़ी गल आखी है, जिवें फरीदी दा अगे भी अगे चल के बचन आवेगा, उठ फरीदा उज्जू साज सुबह निवाज गुजार, जो सिर साई ना निवै सो सिर कप उतार। लगेगा ना इवें भी ये तो कोई विशेष नमाज़ां की गल कर रहे हैं, कुछ होर कर रहे हैं। तो फिर मैं कहता, मैं हथ जोड़ के आखदा चेता रखियो जे गुरबाणी विच किते भी की अंग्रेजी का लफ्ज़ है कंट्राडिक्टरी, कंट्राडिक्शन नहीं है किते भी। कंट्राडिक्शन हुंदा है स्वै विरोध, इत्थे ही यह आखिया तो इत्थे ही यह आखिया है, लेकिन यह गल इस दे नाल नहीं रलदी, उन्होंने कहते हैं कंट्राडिक्शन, स्वै विरोध बिल्कुल नहीं है। इत्थे चेता रखना, भावें कबीर जी के श्लोक आउण, भावें फरीद जी की बाणी आवे, भावें किसी होर भगत की बाणी आवे, जिस वेले किते इहो जी गल मन दे विच आ जावे तो महाराज गुरु नानक साहब जी की बाणी पढ़ दे। उही गल गुरु नानक साहब सच्चे पातशाह जी ने पिता जी ने आखी है, और उही गल गुरु नानक साहब जी ने पिता जी होरां ने दर्ज की है, जिहड़ी गल उन्हां दी गल दी प्रौढ़ता करती है। ऐसा सियाणी सज्जन मनते ने, इयों नहीं सी कि फरीद जी की सिर्फ इन्नी को रचना ही सी जिहड़ी गुरु ग्रंथ साहिब दर्ज हो गई, कबीर जी की सिर्फ इन्नी को रचना ही सी जिहड़ी उन्होंने दर्ज कर लई, या होर भगतां की इन्नी को रचना ही सी जिहड़ी दर्ज कर लई। ऐसा नहीं सी, रचना होर भी होवेगी, पर किहड़ी रचना लई उन्होंने, जिहड़े गुरमत दे प्रौढ़ता करन वाले उन्हां दे बचन सन, ख्याल सन। सानू जे किते झौला पवे, भुलेखा पवे ना कि इनके अर्थ कुछ होर ने, तो फिर तुसी ध्यान कर लियो जे। हुण चौथे पातशाह का महाराज का बचन वो जिहड़ा आपां उदाहरण दित्ती है, उठ फरीदा उज्जू साज। गुरु साहब आखदे ने, गुर सतगुरु का जो सिख अखाए सो भलके उठ, हरि नाम ध्यावै। दोहां नूं शब्दां नूं सामने रख के अर्थ जिसले करांगे, भाव की है, एक ही भाव होगा। दरवेशी औखी है, सिੱਖੀ सौखी नहीं है। असल में सिੱਖੀ दरवेशी ही है।
ਨਾਮ ਦੀ ਸਿੱਖੀ ਨਹੀਂ ਕੇਵਲ ਜਿਵੇਂ ਅਸੀਂ ਦਾਅਵਾ ਕਰਦੇ ਹਾਂ। ਜੇ ਨਾਮ ਦੀ ਸਿੱਖੀ ਹੋਵੇ ਤੇ ਫਿਰ ਫਰੀਦ ਆਖਦੇ ਨੇ ਐਵੇਂ ਦਰਵਾਜ਼ੇ ਨਾਲ ਲਟਕਿਆ ਹੋਇਆ ਮੰਗਣ ਵਾਲੀ ਗੱਲਾਂ ਹੀ ਨੇ ਨਾ। ਤੂੰ ਦਾਅਵਾ ਕਰਦਾ ਹੈ ਮੈਂ ਪਿਓ ਦਾਦੇ ਤੋਂ ਲੈ ਕੇ ਸਿੱਖਾਂ, ਮੈਂ ਇੰਨੀਆਂ ਪੁਸ਼ਤਾਂ ਤੋਂ ਲੈ ਕੇ ਸਿੱਖਾਂ। ਦੱਸ ਤੇਰੇ ਅੰਦਰ ਤਨ ਮਨ ਧਨ ਰੱਖਣ ਵਾਲੀ ਅਵਸਥਾ ਆਈ ਅਜੇ ਤੱਕ? ਕਾਹਦਾ ਸਿੱਖ ਹੈ ਤੂੰ? ਸਿੱਖ ਹੈ ਤੂੰ? ਫਿਰ ਸਾਡੇ ਲਈ ਨਾ ਗੱਲ ਸੌਖੀ ਹੋ ਜਾਏਗੀ, ਸਮਝ ਨਹੀਂ। ਚੱਲਾਂ ਦੁਨੀਆ ਪੱਤ, ਮੈਂ ਦੁਨਿਆਵੀ ਤੌਰ 'ਤੇ ਚੱਲ ਰਿਹਾ। ਬਾਨੀ ਉਠਾਈ ਪੋਟਲੀ ਕਿੱਥੇ ਵੰਝਾਂ ਘੱਤ, ਸਿਰ 'ਤੇ ਪੰਡ ਚੁੱਕੀ ਹੋਈ ਹੈ। ਹੈਂ ਪੋਟਲੀ ਕਹਿੰਦੇ ਨੇ, ਪੋਟ ਮੈਂ ਨਾ ਗਠੜੀ, ਵੱਡੀ ਸਾਰੀ ਗੰਢ ਨਾ ਹੋਵੇ, ਛੋਟੀ ਜਿਹੀ ਗੰਢ ਗਠੜੀ। ਜਦੋਂ ਨਾ ਲਫ਼ਜ਼ਾਂ ਦੀ ਗਹਿਰਾਈ ਵਿੱਚ ਜਾਈਏ ਨਾ ਅਸੀਂ, ਤੇ ਫਿਰ ਸਾਨੂੰ ਸਮਝ ਆਉਂਦੀ ਥੋੜ੍ਹੀ ਜਿਹੀ। ਗੰਢ ਪੱਠਿਆਂ ਦੀ ਹੋ ਜਾਂਦੀ ਹੈ, ਗੰਢ ਲੱਕੜਾਂ ਦੀ ਹੋ ਜਾਂਦੀ ਹੈ, ਗੰਢ ਹੋਰ ਵਸਤੂਆਂ ਦੀ ਹੋ ਜਾਂਦੀ ਹੈ। ਲੇਕਿਨ ਕਦੀ ਸੋਨੇ ਦੀ ਵੀ ਗੰਢ ਹੁੰਦੀ ਹੈ, ਕਦੀ ਹੀਰਿਆਂ ਦੀ ਪੰਡ ਹੁੰਦੀ ਹੈ। ਸੁਣੀ ਕਦੀ? ਹੀਰਿਆਂ ਦੀ, ਕੀਮਤੀ ਵਸਤੂਆਂ ਦੀ ਗੰਢ ਨਹੀਂ ਹੁੰਦੀ, ਪੰਡ ਨਹੀਂ ਹੁੰਦੀ। ਉਹ ਤਾਂ ਨਿੱਕੀ ਜਿਹੀ ਥੈਲੀ ਹੁੰਦੀ ਹੈ, ਨਿੱਕੀ ਜਿਹੀ ਪੋਟਲੀ ਹੁੰਦੀ ਹੈ, ਜਿਹਨੂੰ ਕਹਿੰਦੇ ਨੇ ਮੁੱਠ ਦਾ ਕੁਛ ਰੱਖਿਆ ਹੋਇਆ ਗਹਿਣਾ ਹੋਏ। ਅਤੇ ਐਵੇਂ ਆਪਣੀ ਵਾਂਸਨੀ ਵਿੱਚ ਲੋਕ ਪਾਲਿਆ ਕਰਦੇ ਸਨ। ਮੈਨੂੰ ਜਾਪਦਾ ਹੈ, ਇਉਂ ਜਾਪਦਾ ਹੈ ਕਿ ਜਿਵੇਂ ਨਾ ਸਤਿਕਾਰਯੋਗ ਜੀ ਉਸ ਪਾਸੇ ਸਾਡਾ ਧਿਆਨ ਦੀ ਵਾਰ ਹੈ। ਅਕਲਾਂ ਦੀ ਗੰਢ ਜਿਹੜੀ ਹੈ ਨਾ ਸਿਰ 'ਤੇ ਚੁੱਕੀ ਹੋਈ ਹੈ, ਅਕਲਾਂ ਦੀ ਪੋਟਲੀ ਸਿਰ 'ਤੇ ਚੁੱਕੀ ਹੋਈ ਹੈ। ਮੈਨੂੰ ਸਮਝ ਆਈ ਕਿ ਇਸ ਦੇ ਨਾਲ ਤਾਂ ਜਿਸ ਬੰਦੇ ਨੇ ਆਪਣੇ ਸਿਰ 'ਤੇ ਅਕਲ ਦੀ ਗੰਢ ਚੁੱਕ ਲਈ ਨਾ, ਜਿੰਨੀ ਅਕਲ ਦੀ ਗੰਢ ਚੁੱਕ ਲਈ ਓਨਾ ਹੀ ਰੱਬ ਤੋਂ ਦੂਰ ਹੋ ਗਿਆ, ਵਾਹਿਗੁਰੂ ਜੀ ਤੋਂ ਦੂਰ ਹੋ ਗਿਆ। ਬੰਨ ਉਠਾਈ ਪੋਟਲੀ ਕਿੱਥੇ ਵੰਝਾਂ ਘੱਤ, ਮੈਂ ਇਹਨੂੰ ਕਿੱਥੇ ਸੁੱਟਾਂ ਹੁਣ। ਅਤੇ ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ, ਜੋ ਤਉ ਪ੍ਰੇਮ ਖੇਲਣ ਕਾ ਚਾਉ, ਕਰਿਓ ਜੀ ਅਰਥ ਇਹਦੇ, ਜੋ ਤਉ ਪ੍ਰੇਮ ਖੇਲਣ ਕਾ ਚਾਉ, ਸਿਰ ਧਰ ਤਲੀ ਗਲੀ ਮੇਰੀ ਆਓ, ਇਤਮਾਰਗ ਪੈਰ ਤਰੀਜੈ, ਸਿਰ ਦੀਜੈ ਕਾਨ ਨਾ ਕੀਜੈ। ਉਹੀ ਗੱਲ ਹੈ। ਸਤਿਗੁਰੂ ਮਹਾਰਾਜ ਹੋਰ ਸ਼ਬਦਾਵਲੀ ਵਿੱਚ ਕਹਿ ਰਹੇ ਨੇ, ਬਾਬਾ ਜੀ ਹੋਰ ਸ਼ਬਦਾਵਲੀ ਵਿੱਚ ਕਹਿ ਰਹੇ ਨੇ, ਕਿਜ ਨਾ ਬੁੱਝੈ ਕਿਜ ਨਾ ਸੁਝੈ, ਦੁਨੀਆ ਗੁੱਝੀ ਭਾਹੇ। ਕੁਝ ਸੁਝਦਾ ਨਹੀਂ, ਬੁੱਝਦਾ ਨਹੀਂ ਪਿਆ। ਦੁਨੀਆ ਤਾਂ ਇੱਕ ਗੁੱਝੀ ਭਾ ਕਹਿੰਦੇ ਨੇ ਅੱਗ। ਉਹ ਅੱਗ ਹੈ ਜਿਹੜੀ ਸਾਰਿਆਂ ਨੂੰ ਸਾੜਦੀ ਪਈ ਹੈ। ਸਾਈਂ ਮੇਰਾ ਚੰਗਾ ਕੀਤਾ, ਨਹੀਂ ਤਾਂ ਨਾ ਹੀ ਤਾਂ ਹਮ ਵੀ ਦੱਝਾਂ ਆਹੇ। ਇੱਕ ਦਫਾ ਅੱਗੇ ਚੱਲ ਕੇ ਵੀ ਬਾਬਾ ਜੀ ਹੁਣੀ ਆਖਦੇ ਨੇ, ਉੱਚਾ ਚੜ੍ਹ ਕੇ ਵੇਖਿਆ ਘਰ ਘਰ ਇਹਾ ਅੱਗ। ਇਹ ਕਿਹੜੀ ਅੱਗ ਦੀ ਗੱਲ ਹੋ ਰਹੀ ਹੈ? ਦੁਬਿਧਾ ਦੀ ਅੱਗ, ਵਿਕਾਰਾਂ ਦੀ ਅੱਗ, ਇਹ ਘਰ ਘਰ ਲੱਗੀ ਹੋਈ ਹੈ। ਇਹ ਅੱਗ ਘਰ ਘਰ ਲੱਗੀ ਹੋਈ ਹੈ। ਘਰ ਘਰ ਲੱਗਣ ਤੋਂ ਕੀ ਭਾਵ ਹੈ? ਹਰ ਮਨੁੱਖ ਦੇ ਅੰਦਰ, ਹਰ ਸੁਰਤੀ ਦੇ ਅੰਦਰ ਇਹ ਅੱਗ ਟਿਕੀ ਹੋਈ ਹੈ। ਫਰੀਦ ਕਹਿੰਦੇ ਨੇ, ਜਿਉਂ ਹੀ ਅਵਸਥਾ ਥੋੜ੍ਹੀ ਜਿਹੀ ਉੱਚੀ ਹੁੰਦੀ ਪਤਾ ਲੱਗਦਾ ਇਹ ਸਾਰਿਆਂ ਦਾ ਹੀ ਹਾਲ ਇਹੋ ਜਿਹਾ ਹੈਗਾ ਹੈ। ਵਾਹਿਗੁਰੂ ਜੀ ਨੇ ਮੇਰੇ 'ਤੇ ਕਿਰਪਾ ਕੀਤੀ, ਅਸੀਂ ਆਖਾਂਗੇ ਸਤਿਗੁਰੂ ਨੇ ਮੇਰੇ 'ਤੇ ਕਿਰਪਾ ਕੀਤੀ। ਹਾਂਜੀ, ਮੈਨੂੰ ਇਸ ਅੱਗ ਦੇ ਵਿੱਚੋਂ ਕੱਢ ਲਿਆ, ਵਿਕਾਰਾਂ ਦੀ ਅੱਗ ਵਿੱਚੋਂ ਕੱਢ ਲਿਆ, ਦੁਬਿਧਾ ਦੀ ਅੱਗ ਵਿੱਚੋਂ ਕੱਢ ਲਿਆ। ਫਰੀਦਾ ਜੇ ਜਾਣਾ ਤਿਲ ਥੋੜੜੇ, ਸੰਭਲ ਬੁੱਕ ਭਰੀ, ਜੇ ਜਾਣਾ ਸੌ ਨੰਡੜਾ, ਤਾਂ ਥੋੜਾ ਮਾਣ ਕਰੀ, ਜੇ ਜਾਣਾ ਤਿਲ ਥੋੜੜੇ। ਵਾਹ ਵਾਹ, ਸਵਾਸ ਥੋੜੇ ਨੇ, ਜੀਵਨ ਦੇ ਦਿਹਾੜੇ ਥੋੜੇ ਨੇ। ਸੰਭਲ ਬੁੱਕ ਭਰੀ, ਲਾਲਚ ਘੱਟ ਕਰਦਾ। ਹੁਣ ਜਾਣਿਆ ਨਹੀਂ ਨਾ, ਇਸ ਪਾਸੇ ਧਿਆਨ ਨਹੀਂ ਆਇਆ। ਜੋੜੀ ਜਾਓ ਜੋੜੀ ਜਾਓ ਜੋੜੀ ਜਾਓ ਜੋੜੀ ਜਾਓ, ਹੱਦ ਹੋ ਗਈ। ਦਰਵੇਸ਼ ਹੋ ਕੇ ਵੀ ਜੋੜੀ ਜਾਓ ਜੋੜੀ ਜਾਓ।
ਨਾਲੇ ਮੰਗਣ ਤੁਰ ਪਿਆ, ਗਲ ਵਿੱਚ ਝੋਲੀਆਂ ਪਾ ਲਈਆਂ, ਝੋਲੀ ਪਾ ਲਈ, ਭਾਵੇਂ ਜੋਗੀ ਨਾਂ ਰਖਾ ਲਿਆ, ਸੰਨਿਆਸੀ ਰਖਾ ਲਿਆ, ਕੁਝ ਹੋਰ ਨਾਂ ਰਖਾ ਲਿਆ, ਦਰਵੇਸ਼ ਰਖਾ ਲਿਆ। ਜੇ ਐਂ ਸੋਚਦਾ, ਸਵਾਸ ਤਾਂ ਗਿਣਤੀ ਦੇ ਨੇ, ਹਮ ਆਦਮੀ ਹਾਂ ਇੱਕਦਮ ਹੀ, ਤੇ ਕੀ ਕਰਨਾ ਹੈ ਸਾਰਾ ਕੁਛ। ਸੰਭਲ ਬੁੱਕ ਭਰੀ ਜੇ ਜਾਣਾ ਸੋ ਨੰਢੜਾ। ਇੱਥੇ ਨੰਢਾ, ਨੰਢਾ ਆਖਿਆ ਜਾਂਦਾ ਜਵਾਨ ਨੂੰ, ਨੱਢਾ, ਨੰਢੜਾ, ਬਹੁਤ ਸੋਹਣਾ ਜਵਾਨ। ਜੇ ਜਾਣਾ ਸੋ ਨੰਢੜਾ, ਤੇ ਸੋਹਣਾ ਜਵਾਨ ਤੋਂ ਕੀ ਭਾਵ ਲਿਆ ਗਿਆ? ਜਿਹੜਾ ਬਹੁਤ ਜਾਣਦਾ ਹੈ, ਜਿਹੜਾ ਸਭ ਕੁਝ ਜਾਣਦਾ ਹੈ, ਜਿਸ ਤੋਂ ਕੁਝ ਲੁਕਾਇਆ ਨਹੀਂ ਜਾ ਸਕਦਾ, ਜਿਸ ਤੋਂ ਕੁਝ ਪਰਦੇ ਵਿੱਚ ਰੱਖਿਆ ਨਹੀਂ ਜਾ ਸਕਦਾ। ਤਾਂ ਫਿਰ ਥੋੜ੍ਹਾ ਮਾਣ ਕਰੀ। ਮਾਣ ਕਾਹਦਾ ਕਰਨਾ? ਆਪਣੀ ਅਕਲ ਦਾ ਮਾਣ ਕਰਨਾ, ਮਾਣ ਆਪਣੇ ਧਨ ਦਾ ਕਰਨਾ, ਮਾਣ ਕਿਸੇ ਹੋਰ ਵਸਤੂ ਦਾ ਕਰਨਾ, ਪਰਿਵਾਰ ਦਾ, ਸਮਾਜ ਦਾ, ਪਦਵੀ ਦਾ ਆਦਿ। ਤੇ 5ਵੇਂ ਸ਼ਲੋਕ ਵਿੱਚ ਆਖਿਆ, ਜੇ ਜਾਣਾ ਲੜ ਛਿਜਣਾ ਪੀੜੀ ਪਾਈ ਗੰਢ। ਜੇ ਜਾਣਾ ਲੜ ਛਿਜਣਾ। ਹੁਣ ਫਰੀਦ ਕਹਿੰਦੇ ਨੇ, ਜਿਹੜੇ ਬੰਦੇ ਗੁਨਾਹਾਂ ਦੀਆਂ ਪੋਟ, ਗੁਨਾਹਾਂ ਦੀ ਪੋਟ ਆਪਣੇ ਸਿਰ 'ਤੇ ਚੁੱਕੀ ਫਿਰਦੇ ਨੇ, ਜਿਨ੍ਹਾਂ ਨੇ ਇਸ ਪ੍ਰਕਾਰ ਦੀ ਪੋਟ ਚੁੱਕ ਲਈ ਨਾ, ਵਾਹਿਗੁਰੂ ਜੀ ਦੇ ਨਾਲ ਸਾਂਝ ਵਾਲੀ ਜਿਹੜੀ ਗੱਲ ਹੈ ਓਨੀ ਕਮਜ਼ੋਰ ਹੁੰਦੀ ਜਾਂਦੀ ਹੈ। ਓਨੀ ਕਮਜ਼ੋਰ ਹੁੰਦੀ ਜਾਂਦੀ ਹੈ। ਜੇ ਮੈਨੂੰ ਪਤਾ ਹੋਵੇ, ਅਹਿਸਾਸ ਹੁੰਦਾ, ਤਾਂ ਪੀੜੀ ਪਾਈ ਗੰਢ। ਇੱਕ ਗੱਲ ਧਿਆਨ ਰੱਖਿਓ, ਇੱਕ ਨੁਕਤਾ, ਜਿਹੜੀਆਂ ਨਾ ਧਰਮਾਂ ਦੇ ਵਿੱਚ ਹਮੇਸ਼ਾ ਟਰਡੀਸ਼ਨ ਸ਼ੁਰੂ ਕੀਤੀਆਂ ਜਾਂਦੀਆਂ ਨੇ ਨਾ, ਜਿਹਨੂੰ ਰਸਮ ਆਖਦੇ ਆ, ਰਸਮਾਂ ਸ਼ੁਰੂ ਕੀਤੀਆਂ ਜਾਂਦੀਆਂ ਨੇ। ਰਸਮ ਆਪਣੇ ਆਪ ਵਿੱਚ ਕੁਛ ਨਹੀਂ ਹੁੰਦੀ, ਰਸਮ ਇੱਕ ਸੰਕੇਤ ਹੁੰਦਾ ਹੈ। ਲੜਕੀ ਨੂੰ ਲਿਆ ਕੇ ਬਿਠਾਇਆ, ਲੜਕੇ ਦੇ ਨਾਲ ਲਿਆ ਕੇ ਬਿਠਾਉਣ ਵਾਲਾ ਕੌਣ ਹੈ? ਲੜਕੀ ਦਾ ਬਾਪ। ਜਿਸ ਬਾਪ ਨੇ ਧੀ ਨੂੰ ਜਨਮ ਦਿੱਤਾ, ਮਾਂ ਨੇ ਜਨਮ ਦਿੱਤਾ ਹੈ, ਉਹ ਆਪ ਖੁਦ ਲਿਆ ਕੇ ਬਿਠਾਇਆ, ਤੇ ਵਰ ਦਾ ਜਿਹੜਾ ਪੱਲਾ ਸੀ ਨਾ, ਉਹ ਲੜਕੀ ਦੇ ਹੱਥ ਵਿੱਚ ਫੜਾਇਆ। ਤੁਹਾਨੂੰ ਸ਼ਾਇਦ ਚੇਤਾ ਹੋਵੇ, ਮੈਂ ਆਪਣੀ ਅੱਖੀਂ ਦੇਖਿਆ, ਕਿਤਨੀ ਵਾਰੀ ਐਸੇ ਆਨੰਦ ਕਾਰਜ ਕੀਤੇ, ਕਰਵਾਏ। ਪਹਿਲਾਂ ਪੈਰ ਕੀ ਹੁੰਦਾ ਸੀ, ਪੱਲਾ ਹੱਥ ਵਿੱਚ ਨਹੀਂ ਫੜਾਉਂਦੇ ਹੁੰਦੇ ਸਨ। ਲੜਕੇ ਦੇ ਪੱਲੇ ਦੇ ਨਾਲ, ਵਰ ਦੇ ਪੱਲੇ ਦੇ ਨਾਲ, ਬੀਬੀ ਦੇ ਜਿਹੜਾ ਉਸਨੇ ਉੱਪਰ ਸਾਲੂ ਲਿਆ ਹੋਇਆ ਹੁੰਦਾ ਸੀ, ਉਸ ਦੀ ਗੰਢ ਪਾ ਦਿੰਦੇ ਹੁੰਦੇ ਸਨ। ਤੁਹਾਨੂੰ ਯਾਦ ਹੋਵੇਗਾ ਬੀਬੀਆਂ ਭੈਣਾਂ, ਕਿਉਂ? ਇਹ ਇੱਕ ਗੱਲ ਧਿਆਨ ਹੁੰਦੀ ਸੀ, ਹੱਥ ਵਿੱਚ ਫੜੀ ਹੋਈ ਚੀਜ਼ ਜਿਹੜੀ ਹੈ ਨਾ, ਨਿਕਲ ਸਕਦੀ ਹੈ। ਗੰਢ ਦਿੱਤੀ ਹੋਈ ਹੋਏਗੀ ਨਾ, ਨਿਕਲੇਗੀ ਨਹੀਂ। ਇੱਕ ਗੱਲ। ਦੂਜੀ ਗੱਲ ਹੈ ਕਿ ਉਹਨਾਂ ਸਮਿਆਂ ਵਿੱਚ ਨਾ ਆਮ ਤੌਰ 'ਤੇ ਧੀਆਂ ਪਰਦੇ ਵਿੱਚ ਰੱਖੀਆਂ ਹੁੰਦੀਆਂ ਸਨ। ਮੈਂ ਤਾਂ ਉਹ ਸਮਾਂ ਵੀ ਦੇਖਿਆ, ਜਦੋਂ ਆਨੰਦ ਕਾਰਜ 'ਤੇ ਲਿਆ ਕੇ ਲੜਕੀ ਦਾ ਮਾਮਾ ਉਹਨੂੰ ਚੁੱਕ ਕੇ ਲਿਆਉਂਦਾ ਸੀ, ਐਂ ਬਿਠਾ ਕੇ ਤੇ ਜੱਫਾ ਪਾ ਕੇ ਨਾ, ਚੁੱਕ ਕੇ ਧੀ ਨੂੰ ਲਿਆ ਕੇ ਭਾਣਜੀ ਨੂੰ ਫੇਰਿਆਂ 'ਤੇ ਬਿਠਾਉਣਾ। ਤੁਹਾਨੂੰ ਸ਼ਾਇਦ ਕਿਸੇ ਨੂੰ ਯਾਦ ਹੋਏਗਾ। ਸਰਦਾਰ ਜਗਤ ਸਿੰਘ ਬਜ਼ੁਰਗ ਸਨ, ਮੈਂ ਬਹੁਤ ਯੰਗ ਏਜ ਵਿੱਚ ਸਾਂ ਜਿਸ ਵੇਲੇ। ਆਖਿਆ, ਬਾਬਾ ਜੀ ਆਪਾਂ ਫੇਰੇ ਨਹੀਂ ਦੇਣੇ ਕੁੜੀ ਨੂੰ, ਤੁਸੀਂ ਲਾਵਾਂ ਦਾ ਪਾਠ ਕਰਦੇ ਹੋ। ਮੈਨੂੰ ਕੋਈ ਸੁਰਤ ਸੋਝੀ ਨਹੀਂ ਸੀ। ਮੈਂ ਕਿਹਾ ਚੰਗਾ ਜੀ, ਨਹੀਂ ਦੇਣੇ, ਤੁਹਾਡੀ ਮਰਜ਼ੀ। ਮੈਨੂੰ ਕੀ ਪਤਾ ਸੀ ਵੀ ਠੀਕ ਕੀ ਹੈ, ਕਿੰਨਾ ਕੁ ਠੀਕ ਹੈ, ਨਹੀਂ ਠੀਕ ਹੈ, ਠੀਕ ਹੈ। ਅਸੀਂ ਇਹ ਸਾਰਾ ਕੁਝ ਕਿਉਂ ਕਰਦੇ ਹਾਂ? ਇਹ ਨੁਕਤਾ ਸੀ ਧਿਆਨ ਕਰਨ ਵਾਲਾ। ਕਿਉਂ ਕਰਦੇ ਹਾਂ ਅਸੀਂ? ਉਸ ਵੇਲੇ ਰਾਗੀ ਸਿੰਘ ਹਾਲ ਕੇ ਸਿੱਖ ਰਹਿਤ ਮਰਿਆਦਾ ਵਿੱਚ ਇਹ ਅੰਕਤ ਨਹੀਂ ਹੈ ਵੀ ਇਸ ਵੇਲੇ ਇਸ ਸ਼ਲੋਕ ਦਾ ਪਾਠ ਕੀਤਾ ਜਾਵੇ, ਕੀਰਤਨ ਕੀਤਾ ਜਾਵੇ। ਮਰਿਆਦਾ ਵਿੱਚ ਲਿਖਤ ਨਹੀਂ ਹੈ। ਪਰ ਉਸ ਸਮੇਂ ਨੂੰ ਢੁਕਦਾ ਜਾਣ ਕੇ ਰਾਗੀ ਸਿੰਘ ਪੜ੍ਹਦੇ ਨੇ, ਉਸਤਤੀ ਨਿੰਦਾ ਨਾਨਕ ਜੀ ਮੈਂ ਹੱਬ ਵਜਾਈ। ਹੱਬ ਕਿਜ ਤਿਆਗੀ, ਹੱਬੇ ਸਾਕ ਤੁੜਾਵੇ ਡਿੱਠੇ, ਤੋ ਪੱਲੇ ਤੰਡਾ ਲਾਗੀ।
ਮੈਂ ਆਖਾਂਗਾ, ਅੱਜ ਵੀ ਮੈਂ ਨਿਮਰਤਾ ਸਹਿਤ ਬੇਨਤੀ ਕਰਾਂਗਾ, ਧੀਆਂ ਪਾਲਦੇ ਹਾਂ, ਧੀਆਂ ਨੂੰ ਅਸੀਂ ਪੜ੍ਹਾਉਂਦੇ ਹਾਂ, ਲਿਖਾਉਂਦੇ ਹਾਂ, ਸਭ ਕੁਝ ਸਮਝਾਉਂਦੇ ਹਾਂ, ਉਹਨੂੰ ਨਾ ਇਹ ਜਿਹੜੇ ਬਚਨ ਨੇ ਨਾ, ਇਹ ਚੇਤੇ ਕਰਵਾਉਂਦੇ ਰਹਿਣਾ ਚਾਹੀਦਾ ਹੈ। ਇਹ ਧੀਆਂ ਇਸ ਬਚਨ ਨੂੰ ਚੇਤੇ ਰੱਖ ਕੇ ਚੱਲਣ। ਮੈਂ ਪੱਲਾ ਫੜਿਆ ਸੀ, ਹੁਣ ਦੂਜਾ ਪਾਸਾ ਵੀ ਹੈਗਾ। ਪੱਲਾ ਫੜਾਉਣ ਵਾਲਾ ਨੀਂਗਰ ਜਿਹੜਾ, ਜਿਹਨੂੰ ਵਾਰਾ ਆਖਿਆ ਗਿਆ, ਲੜਕਾ ਜਿਹੜਾ ਹੈ, ਉਹ ਵੀ ਧਿਆਨ ਰੱਖੇ, ਇਹ ਮੇਰੇ ਪੱਲੇ ਲੱਗ ਕੇ ਆਈ ਹੈ, ਮੇਰੇ ਪੱਲੇ ਨਾਲ ਲੱਗ ਕੇ ਆਈ ਹੈ। ਇਤਿਹਾਸ ਸਾਰੀਆਂ ਗੱਲਾਂ ਬਾਬਾ ਫਰੀਦ ਆਖਦੇ ਨੇ, ਕਹਿੰਦੇ ਨੇ, ਸਤਿਕਾਰ ਨਾਲ ਪਿਆਰ ਨਾਲ ਕਹਿੰਦੇ ਨੇ, ਜੇ ਅਸੀਂ ਉਸਤਤ ਨਿੰਦਾ ਨੂੰ ਫੜ ਕੇ ਰੱਖਦੇ ਹਾਂ, ਆਪਣੀਆਂ ਸਿਆਣਪਾਂ ਨੂੰ ਫੜ ਕੇ ਰੱਖਦੇ ਹਾਂ, ਤੇ ਸਾਡੇ ਹੱਥ ਦੇ ਵਿੱਚੋਂ ਨਾ ਵਾਹਿਗੁਰੂ ਦਾ ਪੱਲਾ ਨਿਕਲ ਸਕਦਾ ਹੈ। ਵਾਹਿਗੁਰੂ ਦਾ ਪੱਲਾ ਨਿਕਲ ਸਕਦਾ ਹੈ। ਜੇ ਸਾਡੇ ਹੱਥ ਵਿੱਚੋਂ ਉਹ ਪੱਲਾ ਨਿਕਲ ਜਾਂਦਾ ਹੈ, ਤੇ ਫਿਰ ਸਾਡੀ ਝੋਲੀ ਵਿੱਚ ਕੀ ਰਹਿ ਜਾਂਦਾ ਹੈ? ਫਿਰ ਕੀ ਬਾਕੀ ਰਹਿ ਜਾਏਗਾ? ਫਿਰ ਕੁਛ ਵੀ ਨਹੀਂ ਰਹਿ ਜਾਂਦਾ। ਜਿਸ ਸਿੱਖ ਦੇ ਜੀਵਨ ਦੇ ਵਿੱਚੋਂ ਨਿਮਰਤਾ ਨਿਕਲ ਜਾਵੇ, ਗੁਰੂ ਪਿਆਰ ਨਿਕਲ ਜਾਵੇ, ਸਿੱਖੀ ਸਿਦਕ ਨਿਕਲ ਜਾਵੇ, ਉਹ ਧਨ ਧਾਮ ਜਿੰਨਾ ਮਰਜ਼ੀ ਹੋਵੇ, ਝੋਲੀਆਂ ਭਰੀਆਂ ਹੋਈਆਂ ਹੋਣ, ਸਮਝ ਲੈਣਾ ਕੁਛ ਵੀ ਨਹੀਂ ਹੈ, ਕੁਛ ਵੀ ਨਹੀਂ ਹੈ ਗੁਰੂ ਪਿਆਰ ਤੋਂ ਬਿਨਾਂ। ਤੇ ਸਤਿਕਾਰਯੋਗ ਜੀ ਨੇ ਚੇਤਾ ਕਰਵਾਇਆ, ਦਰਵੇਸ਼ ਹੁੰਦਾ ਹੈ ਜਿਹੜਾ ਵਾਹਿਗੁਰੂ ਨਾਲ ਸਾਂਝ ਪਾ ਕੇ ਰੱਖਦਾ ਹੈ, ਜਿਹੜਾ ਵਾਹਿਗੁਰੂ ਜੀ ਦੇ ਦਰ ਦਾ ਮੰਗਤਾ ਹੈ। ਅਸਲ 'ਚ ਦਰਵੇਸ਼ ਉਹ ਹੈ। ਔਰ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਇੱਥੇ ਫਿਰ ਫਰਮਾਨ ਕੀਤਾ, ਦਰਵੇਸੀ ਕੋ ਜਾਨਸੀ ਵਿਰਲਾ ਕੋ ਦਰਵੇਸ਼, ਜੇ ਘਰ ਘਰ ਹੰਡਾ ਮੰਗਦਾ, ਧਿਗ ਜੀਵਨ ਧਿਗ ਵੇਸ਼। ਨਹੀਂ, ਇਹ ਨਹੀਂ ਠੀਕ। ਕੌਣ ਦਰਵੇਸ਼ ਹੁੰਦਾ ਹੈ? ਆਸਾ ਅੰਦੇਸ਼ਾ ਤਜ ਰਹੈ, ਗੁਰਮੁਖ ਭਿਖਿਆ ਨਾਉ। ਗੁਰਮਤਿ ਦੀ ਦਾਤ ਮੰਗੇ, ਸਿੱਖੀ ਦੀ ਦਾਤ ਮੰਗੇ, ਵਾਹਿਗੁਰੂ ਜੀ ਦਾ ਪਿਆਰ ਮੰਗੇ, ਫਿਰ ਹੈ ਦਰਵੇਸ਼। ਗੁਰਮੁਖ ਭਿਖਿਆ ਨਾਉ। ਤੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਨੇ, ਆਖਦੇ ਨੇ, ਤਿਨ ਕੇ ਚਰਨ ਬਖਾਲੀਐ, ਤਿਸ ਕੇ ਚਰਨ ਬਖਾਲੀਏ, ਨਾਨਕ ਹਉ ਬਲਿਹਾਰੈ ਜਾਉ, ਹਉ ਬਲਿਹਾਰੈ ਜਾਉ। तिनके चरण पखालिए, तिनके चरण पखालिए, तिनके नानक हौ बलिहारै जाऊं, हौ बलिहारै जाऊं। ਸਮੇਂ ਨੂੰ ਮੁੱਖ ਰੱਖਦੇ ਹੋਇਆਂ ਇੰਨੀ ਕੁ ਸੇਵਾ ਪ੍ਰਵਾਨ ਕਰਿਓ ਜੀ। ਆਪ ਗੁਰੂ ਰੂਪ ਸੰਗਤਾਂ ਦਾ ਸਭਨਾਂ ਦਾ ਮੈਂ ਹਮੇਸ਼ਾ ਦੇ ਵਾਂਗ, ਹਮੇਸ਼ਾ ਵਾਂਗ ਗੁਰੂ ਕੀ ਸੰਗਤਾਂ ਦੀ ਚਰਨ ਧੂੜਾਂ ਤੁਹਾਡੇ ਸਭਨਾਂ ਦਾ ਮੈਂ ਧੰਨਵਾਦ ਕਰਦਾ। ਗੁਰੂ ਰੂਪ ਸੰਗਤਾਂ ਦਾ ਜਿਹੜੀਆਂ ਸੱਤ ਦੀ ਵਿਚਾਰ ਕਰਨ ਵਾਸਤੇ ਸਾਧ ਗੁਰੂ ਦੇ ਚਰਨਾਂ ਵਿੱਚ ਜੁੜ ਕੇ ਸਾਰੇ ਸਾਧੂ ਬਣਨ ਦੇ ਵਾਸਤੇ ਯਤਨ ਕਰਦੇ ਹੋ ਤੁਸੀਂ, ਮੈਂ ਹਾਰਦਿਕ ਤੌਰ 'ਤੇ ਧੰਨਵਾਦ ਕਰਦਾ। ਸਤਿਕਾਰਯੋਗ ਬਾਬਾ ਜੀ, ਬਾਬਾ ਅਮਰਦੀਪ ਸਿੰਘ ਜੀ, ਸੰਤ ਜੀ, ਮਹਾਂਪੁਰਸ਼, ਜਿਨ੍ਹਾਂ ਨੇ ਇਹ ਸਾਰਾ ਯਤਨ ਕੀਤਾ ਹੈ ਕਿ ਅਸੀਂ ਇਹਨਾਂ ਦਿਨਾਂ ਦੇ ਵਿੱਚ ਖਾਸ ਤੌਰ 'ਤੇ ਬਾਬਾ ਫਰੀਦ ਜੀ ਹੋਰਾਂ ਦੀ ਰਚਨਾ ਜਿਹੜੀ ਹੈ ਉਸ ਦੀ ਵਿਚਾਰ ਕਰਾਂਗੇ। ਅਰੇ ਵਿਚਾਰ ਕਰਦਿਆਂ ਕਰਦਿਆਂ ਅਸੀਂ ਸਤਿਗੁਰੂ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਵਾਂਗੇ। ਮੈਂ ਉਹਨਾਂ ਦਾ ਧੰਨਵਾਦ ਕਰਦਾ ਵਿਸ਼ੇਸ਼ ਤੌਰ 'ਤੇ। ਆਪਣੇ ਵੀਰ ਭਾਈ ਸਾਹਿਬ ਭਾਈ ਹਰਪਾਲ ਸਿੰਘ ਜੀ ਹੋਣੀ, ਗਿਆਨੀ ਜੀ ਹੋਰਾਂ ਦਾ, ਜੋ ਗਾਹੇ ਬਗਾਏ ਧਾਰਮਿਕ ਤੌਰ 'ਤੇ ਵੀ ਆਪਣੀ ਸੇਵਾ ਨਿਭਾਉਂਦੇ ਨੇ। ਸ਼ਬਦ ਦੀ ਵਿਚਾਰ ਕਰਦਿਆਂ ਹੋਇਆਂ ਥਾਂ ਪਰ ਥਾਂ ਪਹੁੰਚ ਕੇ ਹਾਜ਼ਰੀਆਂ ਭਰਦੇ ਨੇ। ਹੁਣੇ ਵਿਦੇਸ਼ਾਂ ਵਿੱਚੋਂ ਵੀ ਹੋ ਕੇ ਆਏ ਨੇ, ਵਿਚਰ ਕੇ ਆਏ ਨੇ। ਸੰਗਤਾਂ ਯਾਦ ਕਰਦੀਆਂ ਨੇ, ਸੰਗਤਾਂ ਪਿਆਰ ਕਰਦੀਆਂ ਨੇ। ਸਤਿਗੁਰੂ ਕਿਰਪਾ ਕਰਨ ਇਹਨਾਂ ਸਭਨਾਂ 'ਤੇ।
ਆਪ ਸਾਰੇ ਇਸੇ ਤਰ੍ਹਾਂ ਜੁੜਦੇ ਰਹੋ ਜੇ। ਮੈਂ ਤੁਹਾਡੇ ਪਾਸੋਂ ਖਿਮਾ ਮੰਗਦਾ, ਇਤਨਾ ਕੁ ਸਮਾਂ ਨਾ ਮੇਰੇ ਕੋਲ ਮੈਕਸੀਮਮ ਹੋ ਸਕਿਆ ਇਸ ਵਾਰ। ਫਿਰ ਜਦੋਂ ਕਰਤਾਰ ਨੇ ਕਿਰਪਾ ਕੀਤੀ ਤੁਹਾਡੇ ਦਰਸ਼ਨ ਕਰਨ ਦਾ ਯਤਨ ਕਰਾਂਗਾ। ਧੰਨਵਾਦ। ਅਗਲੇ ਜਿਹੜੇ ਵਿਚਾਰ ਨੇ ਮਾਣਯੋਗ ਭਾਈ ਸਾਹਿਬ ਜੀ ਦੇ ਪਾਸੋਂ ਪ੍ਰਾਪਤ ਕਰੀਏ ਜੀ, ਸਰਵਣ ਕਰੀਏ। ਭੁੱਲਾਂ ਦੀ ਖਿਮਾ ਬਖਸ਼ਦਿਆਂ ਹੋਇਆਂ ਪਿਆਰ ਨਾਲ ਗੱਜ ਕੇ ਫਤਿਹ ਬੁਲਾਓਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।